ਤੁਸੀਂ ਦੇਖੋ ਮੈਂ ਹੈਰਾਨ ਹੋ ਗਿਆ ਪੜ੍ਹ ਕੇ ਕਿ ਪੰਜਾਬ ਦੀ ਅਸੈਂਬਲੀ ਦੀ ਸਭ ਤੋਂ ਘੱਟ ਸਿਟਿੰਗਸ ਨੇ 1 ਸਾਲ ਦੇ ਵਿੱਚ 11 ਤੇ ਉਸ ਤੋਂ ਪਹਿਲੇ ਸਾਲ 2020 ਦੇ ਵਿੱਚ ਵੀ ਪੰਜਾਬ ਦੀ ਅਸੈਂਬਲੀ ਦੀਆਂ ਟੋਟਲ ਸਿਟਿੰਗਸ 15 ਨੇ। ਹਾਈਐਸਟ ਓਡੀਸ਼ਾ ਦੀਆਂ ਨੇ 43 ਤੇ ਅਸੀਂ ਸੋਚਦੇ ਕੀ ਸੀ ਜਦੋਂ ਇਹ ਅਸੈਂਬਲੀਜ਼ ਦਾ ਜਦੋਂ ਇਹ ਸਾਰਾ ਸਿਸਟਮ ਬਣਾਇਆ ਜਾ ਰਿਹਾ ਸੀ ਕਿ ਘੱਟੋ ਘੱਟ ਸਾਲ ਦੇ ਵਿੱਚ 100 ਦਿਨ ਤਾਂ ਹੋਣਾ ਚਾਹੀਦਾ। यानी इंग्लैंड ते इटली की आबादी जिन्नी दो देशों की आबादी जिन्नी वड्डी संख्या दी कानून करनी सभा साल च कुल 15 दिन बैठेगी महाराष्ट्र की। ये असीं की सिस्टम बना रखे। मैनूं ये बड़े अफसोस की गल है कि तुसीं MLA बनने लई तो जोर ला दिंदे हो सारा दुनिया भर दा ते MLA दा इक्को ही काम हुंदा कि मैंबर ऑफ लैजिसलेटिव असैंबली है। वो भाई लैजिसलेटिव असैंबली बैठेगी तां तुसीं MLA हो। जे असैंबली इन सैशन नहीं है तुसीं किस चीज़ दे MLA हो। परंतु ਇਹਦਾ मतलब है भी मलाई मेवे किधरों होर मिलते ने ना वो काम करके ਉਹਦੀ ਤਨਖਾਹ ਤੇ ਤੁਹਾਨੂੰ ਚਾਹੀਦੀ ਹੈ। ਮੈਨੂੰ ਇਹ ਵੀ ਲੱਗਦਾ ਕਿ ਉਹ ਜਿਹੜਾ ਕੰਮ ਕਰਨਾ ਆਉਂਦਾ ਹੀ ਨਹੀਂ ਕਿ ਵਿਧਾਨ ਨੂੰ ਕੀ ਹੈ ਉਹ ਸਿਖਾਇਆ ਵੀ ਨਹੀਂ ਜਾਂਦਾ, ਕੋਈ ਟ੍ਰੇਨਿੰਗ ਨਹੀਂ। ਜੇ ਸਰਕਾਰ ਭਗੌੜਾ ਦਿਖਾਈ ਦਿੰਦੀ ਹੈ ਕਿ ਅਸੀਂ ਪਾਰਲੀਮੈਂਟ ਵਿੱਚ ਡਿਸਕਸ਼ਨ ਨਹੀਂ ਕਰਾਂਗੇ ਤਾਂ ਫਿਰ ਅਸੀਂ खुदकुशी का आधार की शब्द हो आधारा कशी कर रहे हैं। फिर राजस्थान की असैंबली का सैशन सी ते बजट पेश होना सी ते किन्नी को गंभीरता नाल अपोजिशन के वड्डे नेता ते उत्थों के मुख मंत्री अशोक गहलोत बजट नूं लैंदे ने कि वो गलती नाल पिछले साल के बजट की स्पीच पढ़ना उन्होंने शुरू कर दी ते कुछ मिनटां बाद जो अपोजिशन ने रौला पाया तो हाउस एडजॉर्न करना पै गया आधे घंटे लई। पार्लीमेंट दे विच कोई भी MP दुनिया दी कोई भी गल कर सकता है। लोगों को यह समझ आनी चाहिए है कि जे मैं मैंबर पार्लीमेंट हाँ जां मैं MLA हाँ, जिस लैवल की इम्यूनिटी उस वेले हमीर जी मैनू हासिल है ना वो आम आदमी नू आर्टिकल 19 के अधीन जिहदे च फ्रीडम ऑफ स्पीच एंड एक्सप्रैशन है उहदे थल्ले भी हासिल नहीं है। क्योंकि रूल ये कहता है आर्टिकल 105 है कॉन्स्टिट्यूशन का जिहड़ा ये कहता है पार्लीमेंट दे अंदर कीती हुई किसी भी गल लई मैनू हिंदुस्तान दी किसी भी अदालत विच प्रोसीक्यूट नहीं किया जा सकता। इसे करके जिस वेले साडे वड्डे पार्लीमेंटेरियन बोलदे सी ते वड्डियां गल्लां करदे सी अगों विरोधी की चैलेंज करदा सी। वो कहंदा जो तू कह रहा है ना ये तू पार्लीमेंट चों बाहर निकल के कह के देख। ਇਹਦਾ मतलब ਹੁੰਦਾ ਸੀ कि जे तू बाहर निकल के कहेगा मैं तेरे ते डेफेमेशन का केस कर सकदा, मैं तेरे खिलाफ FIR कर सकदा, पर क्योंकि तू पार्लीमेंट दी छतर छाया थले बोल रहा है मैं तेरा कुछ बिगाड़ नहीं सकदा। ਪੰਜਾਬ ਟੈਲੀਵਿਜ਼ਨ ਤੇ ਤੁਹਾਡਾ ਸਵਾਗਤ ਹੈ। ਮੈਂ ਹਮੀਰ ਸਿੰਘ, ਮੇਰੇ ਨਾਲ ਨੇ ਸਰਦਾਰ SP ਸਿੰਘ। ਤੁਸੀਂ ਦੇਖ ਰਹੇ ਹੋ ਕਾਫੀ ਦਿਨਾਂ ਤੋਂ ਚੱਲ ਰਿਹਾ ਪਾਰਲੀਮੈਂਟ ਦਾ ਸੈਸ਼ਨ ਚੱਲ ਰਿਹਾ ਹੈ, ਵਿਧਾਨ ਸਭਾ ਦੇ ਇਜਲਾਸ ਵੀ ਦੇਖਦੇ ਹੋ ਲਗਾਤਾਰ। ਔਰ ਪਿਛਲੇ ਦਿਨਾਂ ਤੋਂ ਲਗਾਤਾਰ ਜਿਹੜੀ ਚਰਚਾ ਚੱਲੀ ਹੈ ਜਿਹੜੇ ਰਾਸ਼ਟਰਪਤੀ ਦੇ ਭਾਸ਼ਣ ਤੇ ਬਹਿਸ ਹੋ ਰਹੀ ਸੀ ਉਹਦੇ 'ਚ ਕਈ ਅਜੀਬੋ-ਗਰੀਬ ਤਰ੍ਹਾਂ ਦੇ ਰੁਝਾਨ ਦੇਖਣ ਨੂੰ ਮਿਲੇ ਨੇ। ਰਾਹੁਲ ਗਾਂਧੀ ਹੋਵੇ ਜਾਂ ਉਹਨਾਂ ਦੇ ਕਾਂਗਰਸ ਦੇ ਪ੍ਰਧਾਨ ਖੜ ਗਏ ਹੋਣ, ਖਾਸ ਤੌਰ ਤੇ ਜਿਹੜਾ ਅਡਾਨੀ ਦਾ ਮਾਮਲਾ ਆਇਆ ਸੀ ਆਪੋਜੀਸ਼ਨ ਲਗਾਤਾਰ ਕਹਿੰਦੀ ਰਹੀ ਕਿ ਇਹ ਪ੍ਰਧਾਨ ਮੰਤਰੀ ਦੀ ਦੋਸਤੀ ਦੀ ਗੱਲ ਹੈ। ਇਹ ਸਵਾਲ ਕਾਫੀ ਖੜੇ ਹੋਏ ਜਿਹੜੇ ਨੇ। ਅਖੀਰ 'ਚ ਫੈਸਲਾ ਇਹ ਹੋਇਆ ਕਿ ਇਹਦੇ ਤੇ ਚਰਚਾ ਹੋਏਗੀ, ਆਪੋਜੀਸ਼ਨ ਵੀ ਬੋਲੇਗੀ ਤਾਂ ਪਾਰਲੀਮੈਂਟ ਚੱਲਣ ਲੱਗੀ। ਪਰ ਗੱਲ ਇਹ ਹੋਈ ਕਿ ਉਹਨਾਂ ਸਵਾਲਾਂ ਦਾ ਪ੍ਰਧਾਨ ਮੰਤਰੀ ਨੇ 1.5 ਘੰਟਾ ਲੋਕ ਸਭਾ ਦੇ ਵਿੱਚ ਲਗਭਗ 90 ਮਿੰਟ ਦੇ ਕਰੀਬ ਰਾਜ ਸਭਾ ਦੇ ਵਿੱਚ ਬੋਲੇ। ਇਹ ਗੱਲ ਬਿਲਕੁਲ ਖਾਰਜੀ ਕਰ ਦਿੱਤੀ ਗਈ ਕਿ ਇਹਦੇ ਤੇ ਕੋਈ ਗੱਲ ਕਹਿਣੀ ਹੈ ਜਾਂ ਕੋਈ ਜਵਾਬ ਵੀ ਦੇਣਾ। ਬਲਕਿ ਨਾਲ ਦੀ ਨਾਲ ਇਹ ਹੋਇਆ ਕਿ ਡੈਮੋਕ੍ਰੈਟਿਕ ਵੈਲਿਊ ਸਿਸਟਮ ਦਾ ਸਵਾਲ ਹੈ ਕਿ ਸਪੀਕਰ ਨੇ ਵੀ ਤੇ ਰਾਜ ਸਭਾ ਦੇ ਚੇਅਰਮੈਨ ਨੇ ਵੀ ਜਿਹੜੇ ਅਡਾਨੀ ਨਾਲ ਸੰਬੰਧਿਤ ਸਵਾਲ ਸੀ ਉਹ ਕਾਰਵਾਈ ਚੋਂ ਕੱਢਣ ਦਾ ਹੁਕਮ ਕਰਤਾ ਹੈ। ਉਹ ਕਾਰਵਾਈ ਚੋਂ ਨਿਕਲ ਗਏ ਕਿ ਇਹ ਅਸਲ 'ਚ ਹੋਏਗਾ ਹੀ ਨਹੀਂ ਇਸ ਤਰੀਕੇ ਦੇ ਨਾਲ। ਔਰ ਪ੍ਰਧਾਨ ਮੰਤਰੀ ਨੇ ਇੱਕ ਆਪਣੇ ਭਾਸ਼ਣ 'ਚ ਇੱਕ ਗੱਲ ਕਹੀ ਜਿਹੜੇ ਪੰਜਾਬੀਆਂ ਨੂੰ ਬਾਰ-ਬਾਰ ਪੰਜਾਬੀਆਂ ਨੇ ਤਾਂ ਭੁਗਤੀ ਹੈ। ਉਹ ਕਹਿੰਦੇ ਕਾਂਗਰਸ ਨੇ 90 ਦਫਾ ਗਵਰਨਰ ਰੂਲ ਲਾ ਕੇ ਚੁਣੀਆਂ ਹੋਈਆਂ ਸਰਕਾਰਾਂ ਤੋੜੀਆਂ ਨੇ। ਜੀ ਕਿਵੇਂ ਗੈਰ ਜਮਹੂਰੀ ਹੈ ਕਾਂਗਰਸ ਪਾਰਟੀ। ਬਿਲਕੁਲ ਚੰਗਾ ਲੱਗਿਆ ਹੋਣਾ ਪੰਜਾਬੀਆਂ ਨੂੰ ਤਾਂ ਵੀ ਕੋਈ ਗੱਲ ਇਹ ਤਾਂ ਕਰ ਰਿਹਾ। ਅਸੀਂ ਤਾਂ ਬੜੇ ਲੰਮੇ ਸਮੇਂ ਤੋਂ ਕਹਿ ਰਹੇ ਹਾਂ ਕਿ ਗੈਰ ਜਮਹੂਰੀ ਹੈ, ਸਰਕਾਰਾਂ ਨੂੰ ਐ ਨਹੀਂ ਤੋੜਿਆ ਜਾਣਾ ਚਾਹੀਦਾ ਜਾਂ ਬਾਕੀ ਦੀਆਂ ਚੀਜ਼ਾਂ ਨੇ। ਪਰ ਕੀ ਜਮਹੂਰੀਅਤ ਕੱਲੀ ਇਹਦੇ ਨਾਲ ਹੀ ਹੈ? ਬਿਲਕੁਲ ਇਹ ਗੈਰ ਜਮਹੂਰੀਅਤ ਸੀ। ਇਹਦੇ ਖਿਲਾਫ ਲੋਕ ਲੜਦੇ ਵੀ ਰਹੇ, ਬਾਕੀ ਵੀ ਚੀਜ਼ਾਂ ਨੇ। ਤਾਂ ਜਿਹੜਾ ਮਿਜਾਜ ਪ੍ਰਧਾਨ ਮੰਤਰੀ ਦਾ ਸੀ ਜਵਾਬ ਦੇਣ ਦਾ ਕਿ ਸਭ ਤੇ ਭਾਰੀ ਕੱਲੇ ਹੀ ਪ੍ਰਧਾਨ ਮੰਤਰੀ ਇੱਕੋ ਭਾਰੀ ਹੈ ਸਾਰਿਆਂ ਤੇ, ਆਪੋਜੀਸ਼ਨ ਦੀ ਗੱਲ ਨੂੰ ਟੋਟਲੀ ਨਜ਼ਰਅੰਦਾਜ਼ ਕਰ ਦੇਣਾ ਜਾਂ ਉਹਦਾ ਜਵਾਬ ਨਾ ਦੇਣਾ
ਜਾਂ ਸੈਸ਼ਨ ਦੇ ਵਿੱਚ ਡੈਮੋਕ੍ਰੇਟ ਦੇ ਲਈ ਜੋ ਕਿਹਾ ਜਾਂਦਾ ਹੈ ਕਿ ਵਿਧਾਨਕ ਪਾਲਿਕਾ ਪ੍ਰਤੀ ਜਵਾਬਦੇਹ ਹੋਏਗੀ ਕਾਰਜਪਾਲਿਕਾ, ਉਹ ਬਿਲਕੁਲ ਅਲੱਗ-ਅਲੱਗ ਤਰ੍ਹਾਂ ਉਹਦਾ ਸਮਾਂ ਘਟਾ ਕੇ ਉੱਥੇ ਬੋਲਣ ਦਾ ਹੱਕ ਨਾ ਦੇ ਕੇ ਇਹ ਚੀਜ਼ਾਂ ਨੂੰ ਰਿਡਿਊਸ ਕਰ ਦੇਣਾ। ਇਹ ਚੀਜ਼ਾਂ ਸਾਰੀਆਂ ਡੈਮੋਕ੍ਰੇਸੀ ਦੇ ਨਾਲ ਜੁੜੀਆਂ ਹੋਈਆਂ ਚੀਜ਼ਾਂ ਨੇ। ਅੱਜ ਗੱਲ ਉਹਦੇ ਤੇ ਹੀ ਕਰਾਂਗੇ ਤੇ ਇਹਨਾਂ ਸਵਾਲਾਂ ਦੇ ਉੱਤੇ ਹੀ ਜਿਹੜਾ ਪਾਰਲੀਮੈਂਟ ਦੇ ਵਿੱਚ ਹੋਇਆ, ਕਿ ਕਿਵੇਂ ਤੁਸੀਂ ਮਹਿਸੂਸ ਕਰਦੇ ਹੋ ਕਿ ਜਿਹੜਾ ਖੇਡ ਹੁਣ ਖੇਡਿਆ ਜਾ ਰਿਹਾ, ਵੈਸੇ ਤਾਂ ਇਹ ਪ੍ਰੋਸੈਸ ਹੀ ਹੈ, ਕੋਈ ਨਵੀਂ ਗੱਲ ਨਹੀਂ ਕਿ ਹੁਣ ਖੇਡਿਆ ਜਾ ਰਿਹਾ, ਪਰ ਤੁਰੰਤ ਦੀ ਗੱਲ ਹੋਣ ਕਰਕੇ ਥੋੜਾ ਜਿਹਾ ਜ਼ਿਆਦਾ ਲੋਕਾਂ ਦੇ ਚੇਤਿਆਂ ਦੇ ਵਿੱਚ ਹੈ। ਆਈ ਥਿੰਕ ਦੇਖੋ ਪਾਰਲੀਮੈਂਟ ਨੂੰ ਇੱਕ ਲੰਬੇ ਸਮੇਂ ਤੋਂ ਗੰਭੀਰਤਾ ਨਾਲ ਇਸ ਦੇਸ਼ ਦੀ ਜਿਹੜੀ ਸਿਆਸੀ ਕਲਾਸ ਹੈ ਉਹ ਨਹੀਂ ਲੈ ਰਹੀ ਹੈ। ਤੁਸੀਂ ਪ੍ਰਧਾਨ ਮੰਤਰੀ ਦੇ ਇਸ ਵਾਰੀ ਭਾਸ਼ਣ ਦੀ ਗੱਲ ਕੀਤੀ, ਬੇहद ਮਹੱਤਵਪੂਰਨ ਮੁੱਦੇ ਦੇਸ਼ ਦੇ ਸਾਹਮਣੇ ਸਨ ਔਰ ਖਾਸ ਤੌਰ ਤੇ ਇਹ ਦੋਨੋਂ ਗੱਲਾਂ, ਇੱਕ ਤਾਂ ਅਡਾਨੀ ਗਰੁੱਪ ਬਾਰੇ ਜਿਸ ਕਿਸਮ ਦੇ ਇੰਕਸ਼ਾਫ ਹਿੰਡਨਬਰਗ ਦੀ ਰਿਸਰਚ ਰਿਪੋਰਟ ਦੇ ਤੌਰ ਤੇ ਸਾਹਮਣੇ ਆਏ ਨੇ। ਜੇ ਕਿਸੇ ਗਰੁੱਪ ਦੀ ਜਿਹੜਾ ਇੰਡਸਟਰੀਅਲ ਕੰਗਲੋਮਰੇਟ ਹੋਵੇ, ਬਹੁਤ ਵੱਡਾ ਦੇਸ਼ ਦਾ ਉਦਯੋਗਿਕ ਘਰਾਣਾ ਹੋਵੇ ਤੇ ਪ੍ਰਧਾਨ ਮੰਤਰੀ ਦੇ ਬੜੇ ਸਮੀਪ ਦੇਖਿਆ ਜਾਂਦਾ ਹੋਵੇ, ਦੇਖਿਆ ਵੀ ਇਸ ਲਈ ਉਹਨਾਂ ਦੇ ਸਮੀਪ ਜਾਂਦਾ ਕਿਉਂਕਿ ਪ੍ਰਧਾਨ ਮੰਤਰੀ ਨੇ ਇਹ ਇਨਸ਼ੋਰ ਕੀਤਾ ਕਿ ਉਹਨਾਂ ਨੂੰ ਗਰੁੱਪ ਦੇ ਨੇੜੇ ਸਮਝਿਆ ਜਾਵੇ। ਉਹ ਅਡਾਨੀ ਦੇ ਜਹਾਜ਼ਾਂ ਤੇ ਜ਼ਾਹਿਰਾ ਤੌਰ ਦੇ ਉੱਤੇ ਘੁੰਮਦੇ ਰਹੇ, ਬਾਰ-ਬਾਰ ਅਡਾਨੀ ਹੋਰਾਂ ਦੇ ਨਾਲ ਦਿਖਾਈ ਦਿੰਦੇ ਨੇ ਔਰ ਜੇ ਉਸ ਗਰੁੱਪ ਦੀ ਜਿਹੜੀ ਇਨਕਮ ਹੈ ਉਹ 3 ਸਾਲਾਂ ਦੇ ਵਿੱਚ 1700% ਵੱਧ ਜਾਵੇ। ਜੇ ਉਹਨਾਂ ਦਾ 120 ਬਿਲੀਅਨ ਡਾਲਰ ਦਾ ਗਰੁੱਪ ਹੈ ਤਾਂ ਉਹਦੇ 100 ਬਿਲੀਅਨ ਡਾਲਰ ਜਿਹੜੀ ਵੈਲਿਊਏਸ਼ਨ ਆ ਉਹ ਕੇਵਲ 3 ਸਾਲਾਂ ਵਿੱਚ ਵਧੇ। ਇਹਦਾ ਮਤਲਬ ਜਦੋਂ ਤੋਂ ਲੈ ਕੇ ਇਸ ਦੇਸ਼ ਨੇ ਸੂਟ ਬੂਟ ਦੀ ਸਰਕਾਰ ਡਿਸਕਸ ਕਰਨੀ ਸ਼ੁਰੂ ਕੀਤੀ ਹੈ, ਅਡਾਨੀ ਅੰਬਾਨੀ ਦੇ ਰੋਲ ਦੀ ਚਰਚਾ ਸ਼ੁਰੂ ਕੀਤੀ ਹੈ, ਜਾਂ ਇਉਂ ਕਹਿ ਲੈਣ ਪੰਜਾਬੀ ਇਉਂ ਨਾਪ ਲੈਣ ਕਿ ਜਦੋਂ ਤੋਂ ਜਾ ਕੇ ਸਿੰਘੂ ਟਿਕਰੀ ਬਾਰਡਰ ਦੇ ਉੱਤੇ ਪੰਜਾਬੀ ਬੈਠੇ ਸਨ ਉਦੋਂ ਤੋਂ ਲੈ ਕੇ ਉਹ ਅਡਾਨੀ ਦੇ ਨੇੜਤਾ ਦੀ ਗੱਲ ਕਰ ਰਹੇ ਸਨ ਤੇ ਉਸੇ ਵੇਲੇ ਤੋਂ ਲੈ ਕੇ ਅਡਾਨੀ ਦਾ ਗਰੁੱਪ ਜਿਹੜਾ ਲਗਾਤਾਰ ਇੰਨੀ ਤਰੱਕੀ ਕਰ ਰਿਹਾ ਸੀ, ਉਹਦੇ ਉੱਤੇ ਇੰਨੇ ਗੰਭੀਰ ਸਵਾਲ ਆਣ ਤੇ ਪ੍ਰਧਾਨ ਮੰਤਰੀ ਉਹਨਾਂ ਸਵਾਲਾਂ ਦਾ ਜਵਾਬ ਦੇਣ ਦੀ ਬਜਾਏ ਇੱਕ ਟੈਲੀਵਿਜ਼ਨ ਆਡੀਅנס ਨੂੰ ਐਡਰੈਸ ਕਰਨਾ ਸ਼ੁਰੂ ਕਰ ਦਿੱਤਾ। ਚੀਜ਼ਾਂ ਦਾ ਫਰਕ ਹੋਣਾ ਚਾਹੀਦਾ। ਜਦੋਂ ਤੁਸੀਂ ਲਾਲ ਕਿਲੇ ਤੋਂ ਬੋਲਦੇ ਹੋ ਤਾਂ ਤੁਸੀਂ ਇੱਕ ਹੋਰ ਆਡੀਅנס ਨੂੰ ਡਿਸਕਸ ਕਰਦੇ ਹੋ ਐਡਰੈਸ, ਜਦੋਂ ਤੁਸੀਂ ਚੁਣਾਵੀ ਭਾਸ਼ਣ ਕਰਦੇ ਹੋ ਤਾਂ ਉਹਦਾ ਜਿਹੜਾ ਮੰਤਵ ਹੈ ਉਹ ਪ੍ਰਚਾਰ ਹੁੰਦਾ। ਜਿਸ ਵੇਲੇ ਤੁਸੀਂ ਪਾਰਲੀਮੈਂਟ ਵਿੱਚ ਬੋਲਦੇ ਹੋ, ਇਹ ਕਾਨੂੰਨ ਘੜਨੀ ਸਭਾ ਹੈ, ਇਹ ਚੁਣਾਵੀ ਰੈਲੀ ਨਹੀਂ ਹੈ। ਜੇ ਪ੍ਰਧਾਨ ਮੰਤਰੀ ਚੋਣ ਰੈਲੀ ਵਾਲਾ ਭਾਸ਼ਣ ਜਾ ਕੇ ਪਾਰਲੀਮੈਂਟ ਵਿੱਚ ਦਿੰਦੇ ਨੇ ਤਾਂ ਇਹ ਪਾਰਲੀਮੈਂਟ ਦੀ ਤੋਹੀਨ ਹੈ। ਉੱਤੇ ਸਿੰਪਲ ਸਵਾਲ ਨੇ, ਕੀ ਅਡਾਨੀ ਗਰੁੱਪ ਦੇ ਵਿੱਚ ਇਹਨਾਂ ਸ਼ੈਲ ਕੰਪਨੀਆਂ ਦਾ ਇਹ ਹਿੱਸਾ ਹੈ? ਕੀ ਉਹਨਾਂ ਦੇ ਭਰਾ ਵਿਨੋਦ ਅਡਵਾਨੀ ਹੋਰੀ ਮੌਰੀਸ਼ੀਅਸ ਤੋਂ, ਸਾਈਪਰਸ ਤੋਂ, UAE ਤੋਂ, ਹੋਰਨਾਂ ਜਗ੍ਹਾ ਤੋਂ, ਬ੍ਰਿਟਿਸ਼ ਵਰਜੀਨੀਆ ਆਈਲੈਂਡ ਤੋਂ ਬਣੀਆਂ ਹੋਈਆਂ ਸ਼ੈਲ ਕੰਪਨੀਆਂ ਦੇ ਸੱਚਮੁੱਚ ਆਪ ਮਾਲਕ ਨੇ? ਕੀ ਉਹਦੇ ਬੈਨੀਫੀਸ਼ਰੀ ਨੇ? ਜਿਹੜਾ ਪੈਸਾ ਅਡਾਨੀ ਗਰੁੱਪ ਦੇ ਵਿੱਚ ਲਗਾਇਆ ਜਾ ਰਿਹਾ ਉਹ ਕਿਹਨਾਂ ਸਰੋਤਾਂ ਤੋਂ ਆ ਰਿਹਾ? ਉਹਨਾਂ ਨੇ ਬਹੁਤ ਸਾਰੇ 88 ਸਵਾਲ ਉਸ ਗਰੁੱਪ ਨੇ ਚੁੱਕੇ ਨੇ, ਹਿੰਡਨਬਰਗ ਗਰੁੱਪ ਨੇ। ਤੁਸੀਂ ਉਹਨਾਂ ਸਵਾਲਾਂ ਦੇ ਜਵਾਬ ਦਿਓ ਤੇ ਆਪੋਜੀਸ਼ਨ ਨੂੰ ਨਿਰੁੱਤਰ ਕਰ ਦਿਓ। ਉਹਦੀ ਜਗ੍ਹਾ ਦੇ ਉੱਤੇ ਤੁਸੀਂ ਕਿਸੇ ਇੱਕ ਵੀ ਸਵਾਲ ਦਾ ਜਵਾਬ ਨਹੀਂ ਦਿੰਦੇ ਤੇ ਭਾਸ਼ਣ ਜਿਵੇਂ ਤੁਸੀਂ ਕਹਿ ਰਹੇ ਹੋ ਇਹ ਕਰਦੇ ਹੋ ਕਿ ਇੱਕ ਅਕੇਲਾ ਮੈਂ ਪਾਕਿਸਤਾਨੀਆਂ ਦਾ ਮੁਹਾਵਰਾ ਸੁਣਦਾ ਹੁੰਦਾ ਸੀ ਕਿ ਅਕੇਲਾ ਜ਼ਰਦਾਰੀ ਸਭ ਪੇ ਭਾਰੀ, ਤੇ ਹੁਣ ਅਸੀਂ ਵੀ ਉਹ ਤੇ ਮਿਸਟਰ 10% ਸੀਗਾ ਕਿ ਹਰੇਕ ਚੀਜ਼ ਚੋਂ 10% ਕਮਿਸ਼ਨ ਖਾਂਦਾ ਹੈ, ਦੁਨੀਆ ਭਰ ਦੇ ਵਿੱਚ ਉਹ ਬਦਨਾਮ ਹੋਇਆ ਤੇ ਹੁਣ ਸਾਡਾ ਪ੍ਰਧਾਨ ਮੰਤਰੀ ਜਿਹੜਾ ਉਹ ਜ਼ਰਦਾਰੀ ਹੋਰਾਂ ਦੀ ਕਿਤਾਬ ਤੋਂ ਪੜ੍ਹ ਕੇ ਭਾਸ਼ਣ ਦੇ ਰਿਹਾ ਕਿ ਅਕੇਲਾ ਮੋਦੀ ਸਭ ਪੇ ਭਾਰੀ, ਤੇ ਦੇਸ਼ ਦੇਖ ਰਿਹਾ, ਦੇਸ਼ ਸੱਚਮੁੱਚ ਦੇਖ ਰਿਹਾ। ਆਪੋਜੀਸ਼ਨ ਦੀ ਜਿਹੜੀ ਕਾਰਕਰਦਗੀ ਆ ਹਮੀਰ ਜੀ, ਮੈਂ ਕੀ ਦੱਸਾਂ, ਰਾਜਸਥਾਨ ਦੀ ਅਸੈਂਬਲੀ ਦਾ ਸੈਸ਼ਨ ਸੀ ਤੇ ਬਜਟ ਪੇਸ਼ ਹੋਣਾ ਸੀ ਤੇ ਕਿੰਨੀ ਕੁ ਗੰਭੀਰਤਾ ਨਾਲ ਆਪੋਜੀਸ਼ਨ ਦੇ ਵੱਡੇ ਨੇਤਾ ਤੇ ਉੱਥੋਂ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਬਜਟ ਨੂੰ ਲੈਂਦੇ ਨੇ ਕਿ ਉਹ ਗਲਤੀ ਨਾਲ ਪਿਛਲੇ ਸਾਲ ਦੇ ਬਜਟ ਦੀ ਸਪੀਚ ਪੜ੍ਹਨਾ ਉਹਨਾਂ ਨੇ ਸ਼ੁਰੂ ਕਰ ਦਿੱਤੀ ਤੇ ਕੁਝ ਮਿੰਟਾਂ ਬਾਅਦ ਜਦੋਂ ਆਪੋਜੀਸ਼ਨ ਨੇ ਰੋਲਾ ਪਾਇਆ ਤੇ ਹਾਊਸ ਐਡਜੌਰਨ ਕਰਨਾ ਪੈ ਗਿਆ ਅੱਧੇ ਘੰਟੇ ਲਈ। ਮਤਲਬ ਤੁਸੀਂ ਹਾਲ ਦੇਖੋ ਕਿ ਅਸੀਂ ਆਪਣੀਆਂ ਵਿਧਾਨ ਸਭਾਵਾਂ ਨੂੰ, ਇਹਦੀਆਂ ਕਾਨੂੰਨ ਘੜਨੀਆਂ ਸਭਾਵਾਂ ਨੂੰ, ਆਪਣੀ ਪਾਰਲੀਮੈਂਟ ਨੂੰ ਕਿੰਨੇ ਫਜ਼ੂਲ ਚੀਜ਼ ਸਮਝਦੇ ਆ। ਔਰ ਆਈ ਥਿੰਕ ਇੱਕ ਜਿਹੜੀ ਪ੍ਰੋਬਲਮ ਹੈ ਉਹ ਪਾਰਲੀਮੈਂਟ ਦੇ ਵਿੱਚ ਲੱਗੇ ਕੈਮਰੇ ਵੀ ਹਨ, ਕਿਉਂਕਿ ਜਦੋਂ ਕੈਮਰੇ ਲੱਗੇ ਸੀ ਤਾਂ ਅਸੀਂ ਸਭ ਨੇ ਸੋਚਿਆ ਸੀ ਕਿ ਹੁਣ ਦੇਸ਼ ਦੇ ਆਮ ਲੋਕ ਇਹ ਦੇਖਿਆ ਕਰਨਗੇ ਕਿ ਉਹਨਾਂ ਵੱਲੋਂ ਚੁਣ ਕੇ ਭੇਜੇ ਜਾਂਦੇ ਨੁਮਾਇੰਦੇ ਪਾਰਲੀਮੈਂਟ ਵਿੱਚ ਉਹਨਾਂ ਦੇ ਇਸ਼ੂਜ਼ ਦੀ, ਉਹਨਾਂ ਦੇ ਮੁੱਦਿਆਂ ਦੀ ਨੁਮਾਇੰਦਗੀ ਕਿਸ ਤਰੀਕੇ ਨਾਲ ਕਰਦੇ ਨੇ। ਇਹਨਾਂ ਕੈਮਰਿਆਂ ਨੇ ਇੱਕ ਕੰਮ ਹੋਰ ਕਰ ਦਿੱਤਾ, ਇਹਨਾਂ ਨੇ ਪੋਲੀਟੀਸ਼ੀਅਨ ਨੂੰ ਇਹ ਦੱਸ ਦਿੱਤਾ ਕਿ ਇਹ ਤੁਹਾਡੇ ਕੋਲ ਇੱਕ ਮੰਚ ਆ ਗਿਆ ਤੇ ਇਹ ਪੋਲੀਟੀਕਲ ਰੈਲੀ ਕਰਨ ਦਾ ਜਾਂ ਪੋਲੀਟੀਕਲ ਪੁਆਇੰਟ ਸਕੋਰਿੰਗ ਕਰਨ ਦਾ ਇੱਕ ਮੌਕਾ ਹਾਸਲ ਹੋ ਗਿਆ। ਇਸ ਕਰਕੇ ਹੁਣ ਜਿੰਨੇ ਵੀ ਲੋਕ ਪਾਰਲੀਮੈਂਟ ਵਿੱਚ ਬੋਲਦੇ ਨੇ ਜਾਂ ਵਿਧਾਨ ਸਭਾਵਾਂ ਵਿੱਚ ਬੋਲਦੇ ਨੇ ਉਹ ਦਰਅਸਲ ਆਪਣੇ ਇਲਾਕੇ ਦੇ ਲੋਕਾਂ ਨੂੰ ਮੁੱਖ ਰੱਖ ਕੇ, ਆਪਣੇ ਵੋਟ ਬੈਂਕ ਨੂੰ ਮੁੱਖ ਰੱਖ ਕੇ, ਅਖਬਾਰਾਂ ਦੇ ਪੱਤਰਕਾਰਾਂ ਦੀਆਂ ਸੁਰਖੀਆਂ ਨੂੰ ਮੁੱਖ ਰੱਖ ਕੇ
ਕੈਮਰੇ ਵੱਲ ਮੂੰਹ ਕਰਕੇ ਬੋਲ ਰਹੇ ਹੁੰਦੇ ਨੇ। ਉਹ ਲਾ ਮੇਕਿੰਗ ਜਿਹੜੀ ਹੈ ਇਹ ਬਹੁਤ ਕੰਪਲੈਕਸ ਸਬਜੈਕਟ ਹੈ। ਕਾਨੂੰਨ ਘੜਨਾ, ਕਾਨੂੰਨ ਦੀ ਡਰਾਫਟਿੰਗ, ਕਾਨੂੰਨ ਦੇ ਮੁੱਦਿਆਂ ਬਾਰੇ ਬਹਿਸ, ਉਹਦੀਆਂ ਕਲੌਜ਼ਸ ਤੇ ਸਬ ਕਲੌਜ਼ਸ ਬਾਰੇ ਸਮਝਣਾ, ਜਾਂਚਣਾ, ਉਹਨਾਂ ਦਾ ਲੋਕਾਂ ਦੇ ਉੱਤੇ ਕੀ ਪ੍ਰਭਾਵ ਪਵੇਗਾ, ਉਹਨਾਂ ਦੇ ਮੁਆਸ਼ੀ ਐਸਪੈਕਟ ਕੀ ਨੇ, ਇਕਨੋਮਿਕ ਐਸਪੈਕਟ ਕੀ ਨੇ, ਕਲਚਰਲ ਸੋਸ਼ਲ ਐਸਪੈਕਟ ਕੀ ਨੇ, ਪੋਲੀਟੀਕਲ ਐਸਪੈਕਟ ਕੀ ਨੇ, ਇਹਨਾਂ ਬਾਰੇ ਗੱਲਬਾਤ ਕਰਨਾ ਇਹ ਬਰੀਕ ਗੱਲਬਾਤ ਹੁੰਦੀ ਹੈ। ਸਾਡਾ ਜਿਹੜਾ ਪਾਰਲੀਮੈਂਟੇਰੀਅਨ ਹੈ ਉਹ ਅਨਫੋਰਚੂਨੇਟਲੀ ਸਾਨੂੰ ਇਹਦੇ ਕਾਬਲ ਨਹੀਂ ਜਾਪਦਾ। ਮੈਂ ਹਮੀਰ ਸਿੰਘ ਜੀ, ਤੁਸੀਂ ਜ਼ਿਆਦਾ ਜਾਂਦੇ ਹੋ ਪੰਜਾਬ ਦੀ ਅਸੈਂਬਲੀ 'ਚ ਦੇਖਣ, 92 MLA ਪੰਜਾਬ ਅਸੈਂਬਲੀ ਦੇ ਰੂਲਿੰਗ ਪਾਰਟੀ ਦੇ ਨੇ। ਮੈਂ ਕਦੀ ਸੋਚਦਾ ਇਹਨਾਂ ਵੱਲ ਦੇਖ ਕੇ ਇਹਨਾਂ ਨੂੰ ਕੀ ਕਵਾਂ ਕਿ ਇਹ ਕ੍ਰਾਈਸਿਸ ਆਫ ਕੌਨਫੀਡੈਂਸ ਮੇਰੇ ਅੰਦਰ ਆਂਦਾ, ਕਿਉਂਕਿ ਇਹ ਕ੍ਰਾਈਸਿਸ ਆਫ ਕੌਨਫੀਡੈਂਸ ਨਾਲੋਂ ਵੀ ਜ਼ਿਆਦਾ ਇਹ ਫੈਸਟੀਵਲ ਆਫ ਮੀਡੀਓਕ੍ਰਿਟੀ ਲੱਗਾ ਹੋਇਆ। ਮਤਲਬ ਬਿਲਕੁਲ ਨਿਮਨ ਬੁੱਧੀ ਦੇ ਤੁਸੀਂ ਚੰਦ ਨੂੰ ਛੱਡ ਦਿਓ, ਤੁਸੀਂ ਕਿਸੇ ਪ੍ਰਿੰਸੀਪਲ ਬੁੱਧ ਰਾਮ ਨੂੰ, ਕਿਸੇ ਅਮਨ ਅਰੋੜਾ ਨੂੰ, ਕਿਸੇ ਪ੍ਰੋਫੈਸਰ ਬਲਜਿੰਦਰ ਕੌਰ ਨੂੰ, ਮੈਂ 2-4 ਨਾਮ ਹੋਰ ਮਿਸ ਕਰ ਸਕਦਾ, ਪਰ ਕਿੰਨੇ ਕੁ ਲੋਕ ਬੈਠੇ ਨੇ ਉੱਥੇ ਵਿਧਾਨ ਸਭਾ ਦੇ ਵਿੱਚ ਜਿਹੜੇ ਤੁਹਾਨੂੰ ਕੌਨਫੀਡੈਂਸ ਦਿੰਦੇ ਨੇ, ਤੇ ਜਿਹੜੇ ਇਹਨਾਂ ਤੋਂ ਪਹਿਲਾਂ ਬੈਠੇ ਸੀ ਉਹ ਕਿਹੜਾ ਕੌਨਫੀਡੈਂਸ ਦੇ ਰਹੇ ਸੀ? ਉਹ ਲੋਕਾਂ ਨੇ ਠੀਕ ਕੱਢ ਕੇ ਬਾਹਰ ਮਾਰੇ ਨੇ, ਪਰ ਲਿਆਂਦੇ ਕਿਹੜੇ ਨੇ? ਅਸੀਂ ਦਰਅਸਲ ਪਾਰਲੀਮੈਂਟ ਤੇ ਅਸੈਂਬਲੀਜ਼ ਨੂੰ ਸੀਰੀਅਸਲੀ ਨਹੀਂ ਲੈ ਰਹੇ, ਸੋ ਮਚ ਸੋ ਕਿ ਰੂਲਿੰਗ ਪਾਰਟੀਜ਼ ਦੀ ਜਿਹੜੀ ਲੀਡਰਸ਼ਿਪ ਹੈ ਉਹ ਵੀ ਇਸ ਵੇਲੇ ਸੀਰੀਅਸ ਨਹੀਂ ਲੈਂਦੀ। ਤੁਹਾਡਾ ਜ਼ੋਰ ਲੱਗ ਜਾਂਦਾ MLA ਬਣਨ ਨੂੰ, ਤੇ ਅੱਜ ਦੀ ਤਾਰੀਖ ਦੇ ਵਿੱਚ MLA ਦੀ ਕਿੰਨੀ ਪਾਵਰ ਹੈ, ਉਹ ਕਿੰਨਾ ਮਹੱਤਵਪੂਰਨ ਹੁੰਦਾ ਸਰਕਾਰ ਲਈ, ਆਪਣੇ ਇਲਾਕੇ ਲਈ, ਉਹਦੇ ਬਾਰੇ ਤੇ ਮੈਨੂੰ ਲੱਗਦਾ ਕਿਸੇ ਦਿਨ ਤੁਸੀਂ ਪ੍ਰੋਗਰਾਮ ਕਰੋ ਇੱਕ ਪੂਰਾ, ਤੇ ਉਹ ਵੀ ਲੋਕਾਂ ਸਾਹਮਣੇ ਆਵੇ। ਅਸਲ ਦੇ ਵਿੱਚ ਇਹ ਗੱਲ ਤਾਂ ਠੀਕ ਹੈ ਕਿ ਇਦੋਂ ਪਹਿਲਾਂ ਸੋਚਿਆ ਗਿਆ ਸੀ, ਸ਼ਾਇਦ ਸੰਵਿਧਾਨ ਘੜਨੀ ਸਭਾ ਦੇ ਜਿਹੜੇ ਮੈਂਬਰ ਸੀ, ਜਦੋਂ ਉਹ ਇੱਕ ਸਿਸਟਮ, ਪਾਰਲੀਮੈਂਟਰੀ ਸਿਸਟਮ ਸੋਚਦੇ ਹੋਣਗੇ, ਚਿਤਵਦੇ ਹੋਣਗੇ, ਉਹਨਾਂ ਨੂੰ ਇਹ ਲੱਗਦਾ ਸੀਗਾ ਕਿ ਸ਼ਾਇਦ ਕਿ ਜਿਹੜੇ ਬੰਦੇ ਚੁਣ ਕੇ ਆਏ ਨੇ, ਲੋਕਾਂ ਦੇ ਨੁਮਾਇੰਦੇ ਨੇ, ਇਹ ਕਾਰਜਪਾਲਿਕਾ ਨੂੰ ਜਵਾਬਦੇਹ ਜ਼ਰੂਰ ਬਣਾਉਣਗੇ ਸਮੁੱਚਤਾ 'ਚ। ਬਿਲਕੁਲ, ਮਤਲਬ ਉਹਨਾਂ ਨੂੰ ਲੱਗੇਗਾ ਕਿ ਮੈਂ ਵਿਧਾਨ ਪਾਲਿਕਾ ਦਾ ਮੈਂਬਰ ਹਾਂ, ਮੇਰੀ ਇਹ ਜ਼ਿੰਮੇਵਾਰੀ ਹੈ ਦੇਸ਼ ਦੇ, ਸੂਬੇ ਦੇ, ਆਪਣੇ ਹਲਕੇ ਦੇ ਮੁੱਦੇ ਲੋਕਾਂ ਸਾਹਮਣੇ ਉਠਾਉਣਾ, ਤੇ ਮੈਂ ਇਹਨੂੰ ਜਵਾਬਦੇਹ ਬਣਾਉਂਗਾ। ਪਰ ਜਦੋਂ ਇੱਕ ਸਕੂਲ ਦੇ ਵਿੱਚ ਜਾਣ ਵਾਲੇ ਬੰਦਿਆਂ ਦੇ, ਉਹਨਾਂ ਦੇ ਪ੍ਰਿੰਸੀਪਲ ਉਹ ਵੀ ਨਾਲੇ ਉਹੋ ਜਿਹੇ ਹੋ ਜਾਣ, ਸਪੋਜ਼ ਕਰੋ ਪਾਰਲੀਮੈਂਟ ਹੈ, ਸਪੀਕਰ ਹੈ ਲੋਕ ਸਭਾ ਤੇ ਵਿਧਾਨ ਸਭਾਵਾਂ ਦੇ ਸਪੀਕਰ ਨੇ, ਰਾਜ ਸਭਾ ਦੇ ਵਿੱਚ ਉਪ ਰਾਸ਼ਟਰਪਤੀ ਦੇ ਲੈਵਲ ਦਾ ਬੰਦਾ, ਚੇਅਰਮੈਨ ਵੀ ਹੁੰਦਾ ਹੈ, ਉਹ ਸਾਰੀਆਂ ਚੀਜ਼ਾਂ ਨੇ। ਜੇ ਉਹ ਪਾਰਟੀ ਦੇ ਕਿਸੇ ਵੱਡੇ ਅਹੁਦੇਦਾਰ, ਉਹ ਪ੍ਰਧਾਨ ਮੰਤਰੀ ਹੋ ਸਕਦਾ ਹੈ, ਉਹ ਪਾਰਟੀ ਦਾ ਕੋਈ ਪ੍ਰਧਾਨ ਹੋ ਸਕਦਾ, ਔਰ ਮੈਂ ਕਈਆਂ ਨੂੰ ਕਹਿੰਦੇ ਸੁਣਦਾ, ਔਰ ਜਾ ਕੇ ਨਾ ਜਿਹੜੇ ਬੰਦੇ ਨਹੀਂ ਵੀ ਚੁਣੇ ਜਾਂਦੇ, ਕਦੇ ਪਾਰਟੀ ਪ੍ਰਧਾਨ ਚੁਣੇ ਨਹੀਂ ਹੁੰਦੇ ਜੀ, ਉਹ ਪ੍ਰੈਸ ਗੈਲਰੀ 'ਚ ਬੈਠ ਜਾਂਦੇ ਨੇ ਜਾ ਕੇ, ਜਾਂ ਉਹਨਾਂ ਦੀ ਗੈਲਰੀ ਵਿਧਾਨ ਸਭਾ 'ਚ ਕਦੇ ਹੈ ਨਾ, ਜਦੋਂ ਆਏ ਹੁੰਦੇ ਨੇ ਅਪਰੋਚ ਹੀ ਬਦਲ ਜਾਂਦੀ ਹੈ ਬੰਦਿਆਂ ਦੀ, ਜਿਹੜੇ ਗੱਲ ਕਰਦੇ ਨੇ। ਮਤਲਬ ਕੀ ਹੈ ਕਿ ਅਸੀਂ ਬੌਸ ਨੂੰ ਸੁਣਾਉਣਾ, ਪਾਵਰ ਕਿਤੇ ਹੋਰ ਰਿਜ਼ਾਈਡ ਕਰਦੀ ਹੈ, ਪਾਵਰ ਕਿਤੇ ਹੋਰ ਹੈ। ਤੇ ਹੁਣ ਜਦੋਂ ਉਹ ਕਹਿੰਦੇ ਨੇ ਕਿ ਇਹਦੇ ਗੱਲ ਤੇ ਤਾਂ ਸਪੀਕਰ ਨੂੰ ਤੇ ਰਾਸ਼ਟਰਪਤੀ, ਉਪ ਰਾਸ਼ਟਰਪਤੀ ਨੂੰ, ਚੇਅਰਮੈਨ ਨੂੰ ਸਟੈਂਡ ਲੈਣਾ ਚਾਹੀਦਾ ਸੀਗਾ, ਸਗੋਂ ਵੀ ਗਵਰਨਮੈਂਟ ਨੂੰ ਜਵਾਬ ਦੇਣਾ ਚਾਹੀਦਾ ਹੈ, ਡੈਮੋਕ੍ਰੇਸੀ ਹੈ, ਆਪੋਜੀਸ਼ਨ ਦੀ ਕਦਰ ਕਰਨੀ ਚਾਹੀਦੀ ਹੈ, 2 ਟਾਇਰਾਂ ਤੇ ਡੈਮੋਕ੍ਰੇਸੀ ਦੀ ਗੱਡੀ ਐ ਚੱਲਦੀ ਹੈ। ਪਰ ਉਹ ਐਕਸਪੰਜ ਕਰ ਦਿੰਦੇ ਨੇ, ਕਾਰਵਾਈ ਚੋਂ ਹੀ ਕੱਢ ਦਿੰਦੇ ਨੇ। ਕੋਈ ਐਕਸਪੰਜ ਕਰਨਾ ਥੋੜੀ ਬਹੁਤ ਜ਼ਿਆਦਾ, ਫਿਰ ਕੀ ਗੱਲ ਹੁੰਦੀ ਹੈ ਇਹਦੇ ਨਾਲ? ਇਹੀ ਰੌਲਾ ਹੈ। ਤੇ ਨਾਲ ਜਦੋਂ ਉਹਨਾਂ ਨੂੰ ਪੁੱਛਿਆ ਜਾਂਦਾ ਹੈ, ਚੇਅਰਮੈਨ ਸਾਹਿਬ ਤਾਂ ਸਰਕਾਰ ਵੱਲੋਂ ਜਵਾਬ ਇਹ ਦੇਣਾ ਸ਼ੁਰੂ ਕਰ ਦਿੰਦੇ ਨੇ, ਕਿਸੇ ਮੰਤਰੀ ਦੀ ਲੋੜ ਨਹੀਂ, ਕਿਸੇ ਪ੍ਰਧਾਨ ਮੰਤਰੀ ਦੀ ਲੋੜ ਨਹੀਂ ਹੈਗੇ, ਹਾਂ, ਔਰ ਚੱਕ ਕੇ ਸਭ ਚੀਜ਼ਾਂ ਤੇ ਜਵਾਬ ਦੇਣੇ ਸ਼ੁਰੂ ਕਰ ਦਿੰਦੇ ਨੇ। ਜਦੋਂ ਕੋਈ ਪੁੱਛਦਾ ਉਹ ਇੱਕ ਰੂਲ ਪੜ੍ਹਦੇ ਨੇ, ਤੇ ਰੂਲ 261 261 ਅੱਛਾ, ਅਸਲ ਚ ਉਹ ਰੂਲ ਚ ਵੀ ਜੇ ਲਿਖਿਆ ਹੋਇਆ, ਉਹ ਤਾਂ ਪੜ੍ਹੇ ਲਿਖੇ ਬੰਦੇ ਨੇ ਸਾਰੇ, ਕਾਫੀ ਪੜ੍ਹੇ ਲਿਖੇ, ਇੰਨੇ ਬਾਹਰ ਲੋਕਾਂ ਨੇ ਚੁਣੇ ਹੋਏ, ਜੇ ਉਹ ਰੂਲ ਪੰਜਾਬ ਲੋਕਾਂ ਦੀ ਭਾਸ਼ਾ 'ਚ ਸਭ ਨੂੰ ਭੇਜ ਦੇਣ, ਫਿਰ ਉਹਦਾ ਸਹੀ ਜਾਂ ਗਲਤ ਦਾ ਜੱਜਮੈਂਟ ਲੋਕ ਲਾਉਣ, ਤਾਂ ਕਿਉਂ ਜੀ ਸਾਡੇ ਦੋਨੋਂ ਐਕਸਪਲੇਨ ਕਰ ਦੇਣੇ ਚਾਹੀਦੇ ਨੇ। ਪਹਿਲੀ ਗੱਲ ਇਹ ਹੈ, ਪਾਰਲੀਮੈਂਟ ਦੇ ਵਿੱਚ ਕੋਈ ਵੀ MP ਦੁਨੀਆ ਦੀ ਕੋਈ ਵੀ ਗੱਲ ਕਰ ਸਕਦਾ ਹੈ। ਲੋਕਾਂ ਨੂੰ ਇਹ ਸਮਝ ਆਣੀ ਚਾਹੀਦੀ ਹੈ ਕਿ ਜੇ ਮੈਂ ਮੈਂਬਰ ਪਾਰਲੀਮੈਂਟ ਹਾਂ ਜਾਂ ਮੈਂ MLA ਹਾਂ, ਜਿਸ ਲੈਵਲ ਦੀ ਇਮਿਊਨਿਟੀ ਉਸ ਵੇਲੇ ਹਮੀਰ ਜੀ ਮੈਨੂੰ ਹਾਸਲ ਹੈ ਨਾ, ਉਹ ਆਮ ਆਦਮੀ ਨੂੰ ਆਰਟੀਕਲ 19 ਦੇ ਅਧੀਨ, ਜਿਹਦੇ 'ਚ ਫਰੀडम ਆਫ ਸਪੀਚ ਐਂਡ ਐਕਸਪ੍ਰੈਸ਼ਨ ਹੈ, ਉਹਦੇ ਥੱਲੇ ਵੀ ਹਾਸਲ ਨਹੀਂ ਹੈ। ਕਿਉਂਕਿ ਰੂਲ ਇਹ ਕਹਿੰਦਾ ਹੈ, ਆਰਟੀਕਲ 105 ਹੈ ਕਨਸਟੀਟਿਊਸ਼ਨ ਦਾ, ਜਿਹੜਾ ਇਹ ਕਹਿੰਦਾ ਹੈ ਪਾਰਲੀਮੈਂਟ ਦੇ ਅੰਦਰ ਕੀਤੀ ਹੋਈ ਕਿਸੇ ਵੀ ਗੱਲ ਲਈ ਮੈਨੂੰ ਹਿੰਦੁਸਤਾਨ ਦੀ ਕਿਸੇ ਵੀ ਅਦਾਲਤ ਵਿੱਚ ਪ੍ਰੋਸੀਕਿਊਟ ਨਹੀਂ ਕੀਤਾ ਜਾ ਸਕਦਾ। ਇਸੇ ਕਰਕੇ ਜਿਸ ਵੇਲੇ ਸਾਡੇ ਵੱਡੇ ਪਾਰਲੀਮੈਂਟੇਰੀਅਨ ਬੋਲਦੇ ਸੀ ਤੇ ਵੱਡੀਆਂ ਗੱਲਾਂ ਕਰਦੇ ਸੀ, ਅੱਗੋਂ ਵਿਰੋਧੀ ਕੀ ਚੈਲੰਜ ਕਰਦਾ ਸੀ? ਉਹ ਕਹਿੰਦਾ ਜੋ ਤੂੰ ਕਹਿ ਰਿਹਾ ਨਾ, ਇਹ ਤੂੰ ਪਾਰਲੀਮੈਂਟ ਚੋਂ ਬਾਹਰ ਨਿਕਲ ਕੇ ਕਹਿ ਕੇ ਦੇਖ। ਇਹਦਾ ਮਤਲਬ ਹੁੰਦਾ ਸੀ ਕਿ ਜੇ ਤੂੰ ਬਾਹਰ ਨਿਕਲ ਕੇ ਕਹੇਗਾ, ਮੈਂ ਤੇਰੇ ਤੇ ਡੈਫੇਮੇਸ਼ਨ ਦਾ ਕੇਸ ਕਰ ਸਕਦਾ, ਮੈਂ ਤੇਰੇ ਖਿਲਾਫ FIR ਕਰ ਸਕਦਾ, ਪਰ ਕਿਉਂਕਿ ਤੂੰ ਪਾਰਲੀਮੈਂਟ ਦੀ ਛਤਰ ਛਾਇਆ ਥੱਲੇ ਬੋਲ ਰਿਹਾ, ਮੈਂ ਤੇਰਾ ਕੁਝ ਵਿਗਾੜ ਨਹੀਂ ਸਕਦਾ। ਆਰਟੀਕਲ 105 ਤੇ ਬਹੁਤ ਕਲੀਅਰ ਹੈ। ਤੇ ਹੁਣ ਸਪੀਕਰ ਸਾਹਿਬ ਕੀ ਕਹਿ ਰਹੇ ਨੇ
ਕਿ ਜਗਦੀਪ ਧਨਖੜ ਜਿਹੜੇ ਦੇਸ਼ ਦੇ ਉਪ ਰਾਸ਼ਟਰਪਤੀ ਵੀ ਨੇ, ਰਾਜ ਸਭਾ ਦੇ ਚੇਅਰਪਰਸਨ ਨੇ, ਉਹ ਇਹ ਕਹਿੰਦੇ ਨੇ ਕਿ ਜੋ ਵੀ ਤੁਸੀਂ ਦੋਸ਼ ਲਾ ਰਹੇ ਹੋ, ਕਿਉਂਕਿ ਰਾਹੁਲ ਗਾਂਧੀ ਨੇ ਜਾਂ ਮਲਿਕਾਰਜੁਨ ਖੜਗੇ ਨੇ ਅਡਾਨੀ ਅਫੇਅਰ ਦੇ ਸੰਬੰਧ ਦੇ ਵਿੱਚ ਇਹ ਦੋਸ਼ ਲਾਏ ਨੇ ਕਿ ਪ੍ਰਧਾਨ ਮੰਤਰੀ ਦੇ ਨਾਲ ਨੇੜਤਾ, ਜਿਹਦੇ ਕਰਕੇ ਅਡਾਨੀ ਗਰੁੱਪ ਨੂੰ ਫਾਇਦੇ ਮਿਲਣੇ। ਉਹਨਾਂ ਨੇ ਕਿਹਾ ਜੀ ਤੁਸੀਂ ਇਹਨੂੰ ਆਥੈਂਟੀਕੇਟ ਕਰੋ, ਨਹੀਂ ਤਾਂ ਮੈਂ ਇਹਨੂੰ ਕਾਰਵਾਈ ਵਿੱਚੋਂ ਤੁਹਾਡੇ ਸ਼ਬਦਾਂ ਨੂੰ ਕੱਢ ਰਿਹਾ। ਪਹਿਲੀ ਗੱਲ, ਕੱਢ ਕਿਹੜੇ ਸ਼ਬਦ ਸਕਦੇ ਹੋ ਤੁਸੀਂ? ਜੇ ਕੋਈ ਮਾਂ ਭੈਣ ਦੀ ਗੱਲ ਕੱਢ ਦੇਵੇ, ਜੇ ਕਿਸੇ ਨੂੰ ਕੋਈ ਘਟੀਆ ਸ਼ਬਦ ਬੋਲਦੇ, ਉਹਨਾਂ ਨੇ ਬਕਾਇਦਾ 261 ਜਿਹਦਾ ਤੁਸੀਂ ਜ਼ਿਕਰ ਕੀਤਾ ਉਹ ਮੈਂਸ਼ਨ ਕਰਦਾ ਅਨਪਾਰਲੀਮੈਂਟਰੀ ਲੈਂਗੁਏਜ, ਅਨਡਿਗਨੀਫਾਈਡ ਲੈਂਗੁਏਜ, ਇਨਸਲਟਿੰਗ ਲੈਂਗੁਏਜ, ਅਬਿਊਜ਼। ਉਹ ਅਜਿਹਾ ਤਾਂ ਕੁਝ ਨਹੀਂ ਸੀ ਕਰ ਰਹੇ ਹੋ। ਝੂਠਾ ਜੀ ਕਹਿ ਕੇ ਜੀ ਕਹਿ ਕੇ ਗੱਲ ਕਰ ਰਹੇ ਨੇ, ਮਾਨਯੋਗ ਪ੍ਰਧਾਨ ਮੰਤਰੀ ਕਹਿ ਕੇ ਗੱਲ ਕਰ ਰਹੇ ਨੇ ਉਹ। ਤੇ ਜੇ ਉਹ ਕਹਿੰਦਾ ਵੀ ਮੈਂ ਇਹਨਾਂ ਦੇ ਸ਼ਬਦਾਂ ਨੂੰ ਕੱਢ ਦਿਆਂਗਾ, ਨਹੀਂ ਤਾਂ ਆਥੈਂਟੀਕੇਟ ਕਰੋ। ਹੁਣ ਆਥੈਂਟੀਕੇਸ਼ਨ ਪਾਰਲੀਮੈਂਟ ਦੇ ਵਿੱਚ ਜਾਂ ਅਸੈਂਬਲੀਆਂ ਦੇ ਵਿੱਚ ਸਾਡੇ ਰੂਲ ਕਲੀਅਰ ਨੇ। ਉਹ ਸਿਰਫ ਉਦੋਂ ਕਰਨ ਦੀ ਜ਼ਰੂਰਤ ਹੈ ਜਦੋਂ ਤੁਸੀਂ ਕੋਈ ਡਾਕੂਮੈਂਟ ਪਟਲ ਤੇ ਰੱਖਦੇ ਹੋ, ਵਿਧਾਨ ਸਭਾ ਦੀ ਮੇਜ਼ ਤੇ, ਪਾਰਲੀਮੈਂਟ ਦੀ ਮੇਜ਼ ਤੇ ਪ੍ਰੋਡਿਊਸ ਕਰਦੇ ਹੋ, ਤਾਂ ਉਹ ਡਾਕੂਮੈਂਟ ਆਥੈਂਟੀਕੇਟਡ ਹੋਣਾ ਚਾਹੀਦਾ। ਇਸ ਤੋਂ ਬਿਨਾਂ ਜੇ ਉਹ ਕਹਿੰਦੇ ਨੇ ਕਿ ਆਥੈਂਟੀਕੇਟ ਕਰੋ, ਨਹੀਂ ਤਾਂ ਮੈਂ ਕੱਢ ਦਿਆਂਗਾ, ਇਹਦਾ ਮਤਲਬ ਤੁਸੀਂ ਦੇਸ਼ ਦਾ ਕਾਨੂੰਨ ਬਦਲ ਦਿੱਤਾ ਹੈ। ਮਤਲਬ ਹੁਣ ਐਮਪੀ ਪਹਿਲਾਂ ਇਨਵੈਸਟੀਗੇਟ ਕਰੇ, ਉਸ ਨੂੰ ਸਾਰੇ ਉਹਦੇ ਤੱਥ ਲੱਭੇ, ਉਸ ਤੋਂ ਬਾਅਦ ਦੋਸ਼ ਲਾਵੇ। ਅੱਜ ਤੱਕ ਤਾਂ ਇਹ ਸੀਗਾ ਕਿ ਐਮਪੀ ਜੇ ਬੜੀ ਗੰਭੀਰਤਾ ਨਾਲ ਦੋਸ਼ ਲਾਉਂਦਾ ਸੀ ਤਾਂ ਉਸ ਨੂੰ ਇਨਵੈਸਟੀਗੇਟ ਕਰਨ ਦੀ ਡਿਮਾਂਡ ਕਰਦਾ ਸੀ। ਹੁਣ ਸਪੀਕਰ ਸਾਹਿਬ ਕਹਿ ਰਹੇ ਨੇ, ਵਿਧਾਨ ਸਭਾ ਤੇ ਰਾਜ ਸਭਾ ਦੇ ਚੇਅਰਪਰਸਨ ਕਹਿ ਰਹੇ ਨੇ ਕਿ ਪਹਿਲਾਂ ਤੁਸੀਂ ਇਨਵੈਸਟੀਗੇਟ ਕਰ ਲਓ, ਤੁਸੀਂ ਸਾਰਾ ਕੁਝ ਪਤਾ ਕਰ ਲਓ, ਜਦੋਂ ਤੁਸੀਂ ਨਤੀਜੇ ਤੇ ਪਹੁੰਚ ਜਾਓ, ਸੱਚ ਪਤਾ ਕਰ ਲਓ, ਤਾਂ ਆ ਕੇ ਇੱਥੇ ਬੋਲੋ, ਆਥੈਂਟੀਕੇਟ ਕਰੋ ਇਸ ਨੂੰ। ਇਹਦਾ ਮਤਲਬ ਦੇਸ਼ ਦੀ ਪਾਰਲੀਮੈਂਟ ਕਿਧਰੇ ਰਾਤ ਨੂੰ ਬਦਲ ਦਿੱਤੀ ਗਈ ਹੈ, ਜਿਹਦਾ ਸਾਨੂੰ ਪਤਾ ਨਹੀਂ ਲੱਗਿਆ। ਇਹਦਾ ਮਤਲਬ ਇਹ ਹੈ ਕਿ ਜਦੋਂ ਅਸੀਂ ਪਹਿਲੇ ਵਾਲੀਆਂ ਗੱਲਾਂ ਕਰਦੇ ਵੀ ਹੁਣ ਚੋਣ ਕਮਿਸ਼ਨ ਇੱਕ ਸੰਵਿਧਾਨਕ ਸੰਸਥਾ ਹੁੰਦੀ ਸੀ, ਲਗਭਗ ਹੈ ਤਾਂ ਸਹੀ ਹੋਇਆ, ਸੰਵਿਧਾਨਕ ਤਾਂ ਹੈਗੀ ਹੋਇਆ, ਪਰ ਲੋਕ ਇਤਰਾਜ਼ ਕਰਦੇ ਨੇ ਕਿ ਦੇਖੋ ਜੀ ਸਰਕਾਰ ਦੇ ਮੁਤਾਬਕ ਫੈਸਲੇ ਹੋ ਰਹੇ ਨੇ ਜੀ। ਈਵਨ ਅਦਾਲਤਾਂ ਤੇ ਵੀ ਇਹ ਕੰਪਰੋਮਾਈਜ਼ ਆਪਣੇ ਅਧਿਕਾਰਾਂ ਨੂੰ ਕਾਫੀ ਹੋ ਗਿਆ। ਹੁਣ ਤਾਂ ਲੱਗੇ ਟਕਰਾਅ ਵੀ ਚੱਲ ਰਿਹਾ ਕਾਫੀ ਕਾਲਜੀਅਮ ਦੇ ਮਾਮਲੇ 'ਚ, ਔਰ ਆਏ ਦਿਨ ਕਾਨੂੰਨ ਮੰਤਰੀ ਬੋਲ ਰਹੇ ਨੇ, ਕਿਰਨ ਰਿਜੀਜੂ ਤੇ ਚੀਫ ਜਸਟਿਸ ਆਫ ਇੰਡੀਆ ਆਪਸ ਵਿੱਚ ਲਗਾਤਾਰ ਭਿੜ ਰਹੇ ਨੇ, ਤੇ ਬਾਕੀ ਬਾਕੀ ਦਾ ਕੋਈ ਅਖਬਾਰਾਂ ਦੀਆਂ ਸੁਰਖੀਆਂ ਐਡੇ ਫਿਰ ਹਿਊਮਨ ਰਾਈਟਸ ਕਮਿਸ਼ਨ ਬਣੇ, ਫਿਰ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਤੱਕ ਬਣੇ, ਡਿਫਰੈਂਟ ਟਾਈਪ ਦੇ ਬਣੇ। ਆ ਵੀ ਤਾਂ ਸੰਸਥਾਵਾਂ ਨੇ, ਐਦੂ ਵੱਡੀਆਂ ਸੰਸਥਾਵਾਂ ਤਾਂ ਸ਼ਾਇਦ ਉਹ ਬਾਹਰਲੀਆਂ ਸੀਗੀਆਂ ਨਹੀਂ, ਪਾਰਲੀਮੈਂਟ, ਅਸੈਂਬਲੀ ਜਾਂ ਬਾਕੀ ਦੀਆਂ ਜਿਹੜੀਆਂ ਚੀਜ਼ਾਂ ਨੇ। ਔਰ ਇਹਦੇ 'ਚ ਇਹ ਹੈ ਕਿ ਹੁਣ ਤਾਂ ਸਾਨੂੰ ਜਿਹੜੀ ਸਰਕਾਰ ਸੱਤਾ 'ਚ ਦਿੰਦੀ ਹੈ, ਇਹਨੇ ਇੱਕ ਜਿਵੇਂ ਹੁੰਦਾ ਨਾ ਸੈਚੂਰੇਸ਼ਨ ਪੁਆਇੰਟ ਜਿਵੇਂ ਕਹਿੰਦੇ ਨੇ, ਉਹਨਾਂ ਸੰਸਥਾਵਾਂ ਦੇ ਕੰਮ ਕਰਨ ਦਾ ਆ ਗਿਆ। ਪਰ ਇੱਥੇ ਤੱਕ ਕਿ ਪਹਿਲੇ ਦਿਨ ਤਾਂ ਪਹੁੰਚਿਆ ਨਹੀਂ। ਪਹਿਲਾਂ ਇੱਕ ਸੁਭਾਵਕ ਉਸੇ ਤਰੀਕੇ ਨਾਲ ਚੱਲਦਾ ਜਿਵੇਂ ਪ੍ਰਧਾਨ ਮੰਤਰੀ ਨੇ ਕਿਹਾ ਕਿ 356 115 ਵਾਰ ਲੱਗੀ ਹੈ ਟੋਟਲ, ਤੇ 90 ਵਾਰ ਤਾਂ ਜੀ ਕਾਂਗਰਸ ਨੇ, ਇੰਦਰਾ ਗਾਂਧੀ ਨੇ ਜਾਂ ਇਹਨੇ ਲਾਈ ਹੈ। ਇਹਦਾ ਮਤਲਬ ਬਾਕੀ ਤਾਂ ਫਿਰ ਦੂਜਿਆਂ ਨੇ ਵੀ ਲਾਈਆਂ ਨੇ। ਭਾਜਪਾ ਨੇ ਆਪ ਸਰਕਾਰਾਂ ਨਹੀਂ ਕਰਾਈਆਂ। ਜਦੋਂ ਜਨਸੰਘ, ਜਦੋਂ ਸੋਸ਼ਲਿਸਟ ਸਾਰੇ ਇਕੱਠੇ ਹੋ ਕੇ 77 ਚ ਜਨਤਾ ਪਾਰਟੀ ਬਣਾਈ ਦੀ ਸਰਕਾਰ ਆਂਦਿਆਂ ਸਾਰੀਆਂ ਕਰਾਤੀਆਂ ਕਾਂਗਰਸ ਦੀਆਂ ਸਰਕਾਰਾਂ, 12 ਸਰਕਾਰਾਂ ਬਿਲਕੁਲ ਚੁਣੀਆਂ ਹੋਈਆਂ, ਤੁਸੀਂ ਰਾਤੋਂ ਰਾਤ ਕਰਾਈਆਂ 356 ਥੱਲੇ 356। ਫਿਰ ਇੰਦਰਾ ਗਾਂਧੀ ਆਈ, ਉਹਨੇ 80 ਚ 9 ਤੋੜਤੀਆਂ ਉਹੀ। ਮਤਲਬ ਬੁਨਿਆਦੀ ਅਸੂਲਾਂ ਤੇ ਹੁਣ ਤੁਸੀਂ ਸਪੀਕਰ ਨੂੰ ਵਰਤ ਕੇ ਹੁਣ ਵੀ ਕਿਸੇ ਸਰਕਾਰ ਮਤਲਬ ਵੋਟਾਂ ਕਿਸੇ ਨੂੰ ਪੈਂਦੀਆਂ ਨੇ, ਪਾਰਟੀ ਕਿਸੇ ਦੇ ਐਮਐਲਏ ਜ਼ਿਆਦਾ ਹੁੰਦੇ ਨੇ, ਕੋਈ ਇੱਕ ਰਿਜ਼ੋਰਟ 'ਚ ਭਜਾ ਕੇ ਲਿਜਾ ਰਿਹਾ ਹੁੰਦਾ, ਕੋਈ ਦੂਜੇ ਰਿਜ਼ੋਰਟ 'ਚ ਭਜਾ ਕੇ ਲਿਜਾ ਰਿਹਾ ਹੁੰਦਾ। ਤੇ ਆ ਮੈਂ ਚੰਡੀਗੜ੍ਹ ਦੀ ਈਵਨ ਸੋ ਕਾਲਡ ਮਿਊਨਿਸਪਲ ਕਾਰਪੋਰੇਸ਼ਨ ਦੀ ਇਲੈਕਸ਼ਨਾਂ ਵੇਲੇ ਮੈਂ ਦੇਖ ਰਿਹਾ ਸੀਗਾ, ਉਹ ਕਹਿੰਦੇ ਜੀ ਹਰਿਆਣੇ ਵਾਲੇ ਲੈ ਗਏ ਨੇ ਮੋਰਨੀ, ਤੇ ਪੰਜਾਬ ਵਾਲੇ ਫਲਾਣੇ ਉੱਥੇ ਲੈ ਗਏ ਨੇ ਹਿਲ ਸਟੇਸ਼ਨ ਦੇ ਉੱਤੇ, ਤੇ ਚੰਡੀਗੜ੍ਹ ਵਾਲੇ ਜਿਹੜੇ ਫਲਾਣੀ ਜਗ੍ਹਾ ਦੇ ਉੱਤੇ ਲਿਜਾ ਰਹੇ ਨੇ। ਇਹ ਕੀ ਹੋ ਰਿਹਾ ਸੀ? ਬੇਸਿਕਲੀ ਤੁਸੀਂ ਕਾਨੂੰਨ ਘੜਦੀ ਸਭਾ ਚੁਣਦੇ ਹੋ ਤੇ ਉਹਦੇ ਮੈਂਬਰਾਂ ਦੀ ਖਰੀਦੋ ਫਰੋਖਤ ਪੋਸੀਬਲ ਹੈ, ਸੰਭਵ ਹੈ, ਤੇ ਬਕਾਇਦਾ ਹੁੰਦੀ ਹੈ। ਇਸ ਨੂੰ ਤਾਂ ਸਾਬਤ ਕਰ ਹੀ ਰਹੇ ਹੋ ਨਾ। ਜਿਸ ਵੇਲੇ ਤੁਹਾਡੇ ਮਹਾਰਾਸ਼ਟਰ ਦੀ ਸਰਕਾਰ ਵੇਲੇ ਕਿਸ ਤਰੀਕੇ ਨਾਲ ਕੀਤਾ ਗਿਆ, ਇਹ ਸ਼ਿਵ ਸੈਨਾ ਕਿਸ ਨੇ ਤੋੜੀ ਹੈ? ਕੀ ਇਸ ਤੋਂ ਕੋਈ ਇਨਕਾਰੀ ਹੋ ਸਕਦਾ ਕਿ ਅਸੀਂ ਅਸੈਂਬਲੀਆਂ ਦੀ ਦੁਰਗਤ ਹੋ ਰਹੀ ਹੈ? ਅਰੁਣਾਚਲ, ਮੱਧ ਪ੍ਰਦੇਸ਼, ਮਹਾਰਾਸ਼ਟਰ, ਜਿੰਨੇ ਮਰਜ਼ੀ ਹੁਣ 356 ਨਹੀਂ ਲਾਉਂਦੇ, ਆਪਾਂ ਹੋਰ ਤਰੀਕੇ ਵਰਤਦੇ ਆ ਜਿਹੜੇ ਵੀ ਬਾਕੀ ਦੀਆਂ ਚੀਜ਼ਾਂ ਨੇ। ਪਰ ਇਹਦੇ 'ਚ ਦੋਨੋਂ ਚੀਜ਼ਾਂ ਨੇ, ਇੱਕ ਤਾਂ ਆਰਗੇਨਾਈਜ਼ਡ ਰੂਪ ਦੇ ਵਿੱਚ ਕਰਪਸ਼ਨ ਦੇ ਥਰੂ ਬੰਦੇ ਤੋੜਨਾ ਜੀ, ਇੱਕ ਈਡੀ ਸੀਬੀਆਈ, ਤੇ ਦੂਸਰਾ ਇੱਕ ਡਰ ਵਾਲਾ ਇੱਕ ਮੈਥਡ ਵੀ ਹੈ। ਕੀ ਹੁਣ ਉਹ ਪੋਲੀਟੀਕਲ ਪਾਰਟੀਆਂ ਹਰ ਹੀਲੇ ਜਿਹੜੇ ਪਾਰਟੀ 'ਚ ਵਗ ਗਏ, ਤੇ ਬੰਦਿਆਂ ਦੇ ਕਿਰਦਾਰਾਂ ਦਾ ਸਵਾਲ ਕੋਈ ਬੰਦਾ ਆਪਾਂ ਨੂੰ ਇਹੋ ਜਿਹਾ ਲੱਭਿਆ ਅੱਜ ਤੱਕ ਅਸੈਂਬਲੀ ਪਾਰਲੀਮੈਂਟ ਜਿਹੜਾ ਕਹੇ ਯਾਰ ਮੈਨੂੰ ਇੱਥੇ ਛੱਡ ਦੋ ਵਿਹਲਾ, ਮੈਂ ਆਪਣੀ ਵੋਟ ਜਿੱਤੇ ਪੌੜੀਆਂ ਪਾਦਾ, ਮੈਂ ਨਹੀਂ ਵਿਕੂਗਾ, ਮੈਨੂੰ ਰਹਿਣ ਦਿਓ ਇੱਥੇ। ਬਸ ਕਿਉਂ ਨੁਮਾਇਸ਼ ਮੇਰੀ ਵੀ ਲਗਵਾ ਰਹੇ ਹੋ ਕਿ ਕਿਤੇ ਮੈਂ ਵਿਕ ਨਾ ਜਾਵਾਂ, ਮੈਂ ਵਿਕਾਊ ਮਾਲ ਨਹੀਂ ਆ। ਇਹਦੇ ਤੇ ਕੋਈ ਪ੍ਰੋਟੈਸਟ ਹੀ ਨਹੀਂ ਹੁੰਦਾ। ਪਰ ਮੈਨੂੰ ਲੱਗਦਾ ਹੈ ਜੀ ਇੱਕ ਵੱਡਾ ਕਸੂਰ ਸਾਨੂੰ ਆਪਣੀਆਂ ਵਿਧਾਨ ਸਭਾਵਾਂ ਦਾ, ਆਪਣੇ ਪਾਰਲੀਮੈਂਟ ਜਿਹੜੀ ਫੰਕਸ਼ਨਿੰਗ ਆ ਉਸ ਦਾ ਵੀ ਕੱਢਣਾ ਚਾਹੀਦਾ ਹੈ। ਇਹ ਆਫਟਰ ਆਲ ਇਹ ਸਿਸਟਮ ਕੰਮ ਕਿਉਂ ਨਹੀਂ ਕਰ ਰਿਹਾ? ਪਿੱਛੇ ਜੇ ਦਾ ਹਿੰਦੂ ਵੱਡੀ ਅਖਬਾਰ ਹੈ, ਉਹਨਾਂ ਨੇ 9 ਅਸੈਂਬਲੀਆਂ ਦਾ ਅਧਿਐਨ ਕੀਤਾ ਕਿ ਸਨ 2020 ਤੇ 2021 ਵਿੱਚ ਇਹ ਅਸੈਂਬਲੀਆਂ ਨੇ ਕਿੰਨਾ ਕੰਮ ਕੀਤਾ। ਉਹਨਾਂ 9 ਦੇ ਵਿੱਚ ਬੀਜੇਪੀ ਰੂਲਡ ਵੀ ਨੇ, ਆਪੋਜੀਸ਼ਨ ਰੂਲਡ ਵੀ ਨੇ, ਕਾਂਗਰਸ ਰੂਲਡ ਵੀ ਨੇ। ਤੁਸੀਂ ਦੇਖੋ, ਮੈਂ ਹੈਰਾਨ ਹੋ ਗਿਆ ਪੜ੍ਹ ਕੇ
ਕਿ ਪੰਜਾਬ ਦੀ ਅਸੈਂਬਲੀ ਦੀ ਸਭ ਤੋਂ ਘੱਟ ਸਿਟਿੰਗਸ ਨੇ 1 ਸਾਲ ਦੇ ਵਿੱਚ 11। 2021 ਦੇ ਸਾਲ ਦੇ ਵਿੱਚ ਪੰਜਾਬ ਅਸੈਂਬਲੀ ਦੀਆਂ ਟੋਟਲ 11 ਸਿਟਿੰਗਸ ਨੇ। 11 ਦੇ ਵਿੱਚੋਂ ਵੀ 8 ਸਿਟਿੰਗਸ ਬਜਟ ਸੈਸ਼ਨ ਦੀਆਂ ਨੇ, ਯਾਨੀ ਉਸ ਤੋਂ ਬਿਨਾਂ ਕੇਵਲ ਉਹ 3 ਦਿਨ ਹੋਰ ਬੈਠੀ ਹੈ। ਤੇ ਉਸ ਤੋਂ ਪਹਿਲੇ ਸਾਲ 2020 ਦੇ ਵਿੱਚ ਵੀ ਪੰਜਾਬ ਦੀ ਅਸੈਂਬਲੀ ਦੀਆਂ ਟੋਟਲ ਸਿਟਿੰਗਸ 15 ਨੇ, ਹਾਈਐਸਟ ਓਡੀਸ਼ਾ ਦੀਆਂ ਨੇ 43। ਤੇ ਅਸੀਂ ਸੋਚਦੇ ਕੀ ਸੀ ਜਦੋਂ ਇਹ ਅਸੈਂਬਲੀਜ਼ ਦਾ ਜਦੋਂ ਇਹ ਸਾਰਾ ਸਿਸਟਮ ਬਣਾਇਆ ਜਾ ਰਿਹਾ ਸੀ ਕਿ ਘੱਟੋ ਘੱਟ ਸਾਲ ਦੇ ਵਿੱਚ 100 ਦਿਨ ਤਾਂ ਹੋਣਾ ਚਾਹੀਦਾ। ਪਿੱਛੇ ਜੇ ਸਾਰੇ ਦੇਸ਼ ਦੇ ਜਿਹੜੇ ਪ੍ਰੀਜ਼ਾਈਡਿੰਗ ਆਫੀਸਰਸ ਨੇ ਅਸੈਂਬਲੀਆਂ ਦੇ ਸਪੀਕਰ ਤੇ ਡਿਪਟੀ ਸਪੀਕਰਸ, ਇਹਨਾਂ ਦਾ ਇੱਕ ਵੱਡਾ ਇਜਲਾਸ ਜੈਪੁਰ ਦੇ ਵਿੱਚ ਹੋਇਆ। ਇਹ ਮੇਰੇ ਖਿਆਲ ਜਨਵਰੀ ਹੋਇਆ, ਜਨਵਰੀ ਦੇ ਮਹੀਨੇ ਵਿੱਚ ਹੀ ਹੋਇਆ। ਉੱਥੇ ਇੱਕ ਆਮ ਰਾਏ ਪਾਈ ਗਈ ਸੀ ਕਿ ਤੁਸੀਂ ਇੱਕ ਬੰਦਿਸ਼ ਲਾ ਦਿਓ ਕਿ ਘੱਟ ਤੋਂ ਘੱਟ ਇੰਨੇ ਦਿਨ ਅਸੈਂਬਲੀ ਜ਼ਰੂਰ ਬੈਠੇ, ਔਰ ਬਹੁਤ ਸਾਰਿਆਂ ਨੇ ਡਿਮਾਂਡ ਕੀਤੀ ਕਿ 60 ਡੇਜ਼ ਬੈਠੇ। 90 ਦਿਨ ਦੀ ਤਾਂ ਬਹੁਤ ਪੁਰਾਣੀਆਂ 90 ਦਿਨ ਕਦੋਂ ਤੋਂ ਲੈ ਕੇ ਡਿਮਾਂਡਸ ਆ ਰਹੀਆਂ ਨੇ ਕਿ 90 ਦਿਨ ਬੈਠਿਆ ਕਰੇ। ਮੈਨੂੰ ਇਹ ਬੜੇ ਅਫਸੋਸ ਦੀ ਗੱਲ ਹੈ ਕਿ ਤੁਸੀਂ ਐਮਐਲਏ ਬਣਨ ਲਈ ਤਾਂ ਜ਼ੋਰ ਲਾ ਦਿੰਦੇ ਹੋ ਸਾਰਾ ਦੁਨੀਆ ਭਰ ਦਾ, ਤੇ ਐਮਐਲਏ ਦਾ ਇੱਕੋ ਹੀ ਕੰਮ ਹੁੰਦਾ ਕਿ ਉਹ ਮੈਂਬਰ ਆਫ ਲੈਜਿਸਲੇਟਿਵ ਅਸੈਂਬਲੀ ਹੈ। ਉਹ ਭਾਈ ਲੈਜਿਸਲੇਟਿਵ ਅਸੈਂਬਲੀ ਬੈਠੇਗੀ ਤਾਂ ਤੁਸੀਂ ਐਮਐਲਏ ਹੋ। ਜੇ ਅਸੈਂਬਲੀ ਇਨ ਸੈਸ਼ਨ ਨਹੀਂ ਹੈ, ਤੁਸੀਂ ਕਿਸ ਚੀਜ਼ ਦੇ ਐਮਐਲਏ ਹੋ? ਪਰੰਤੂ ਇਹਦਾ ਮਤਲਬ ਹੈ ਵੀ ਮਲਾਈ ਮੇਵੇ ਕਿਧਰੋਂ ਹੋਰ ਮਿਲਦੇ ਨੇ ਨਾ, ਉਹ ਕੰਮ ਕਰਕੇ ਉਹਦੀ ਤਨਖਾਹ ਤੇ ਤੁਹਾਨੂੰ ਚਾਹੀਦੀ ਨਹੀਂ ਹੈ। ਵਿਧਾਨ ਘੜਨ ਦੀ ਸਭਾ ਦਾ ਮੈਂਬਰ, ਵਿਧਾਨ ਘੜਨ ਚ ਕਾਨੂੰਨ ਘੜਨ ਚ ਕਿਹਦਾ ਕੋਈ ਰੋਲ ਹੈ? ਇੱਥੇ 11 ਮਿੰਟ ਚ 16 ਕਾਨੂੰਨ ਪਾਸ ਹੁੰਦੇ ਨੇ, ਉਹ ਵੀ ਗਿਲੋਟੀਨ ਹੋ ਜਾਂਦੇ ਨੇ ਲਾਸਟ ਮਿੰਟ ਉਹ ਵੀ ਕੇਵਲ ਉਹ ਕਹਿ ਗਏ ਨਾ, ਅੰਗਰੇਜ਼ਾਂ ਨੇ ਇੱਕ ਪ੍ਰੋਸੀਜਰ ਜਿਹਾ ਬਣਾਤਾ ਐਂਡ ਦੇ ਵੀ ਉੱਤੇ, ਤੁਸੀਂ ਸਰਲੇਖ ਵੀ ਪੜ੍ਹਨਾ ਹੈ, ਤੁਸੀਂ ਕਲਾਜ ਵਾਈਜ਼ ਬਿੱਲ ਤੇ ਬਹਿਸ ਕਰਨੀ ਹੈ, ਤਾਂ ਕਰਕੇ ਟਾਈਮ ਲੱਗਦਾ। ਨਹੀਂ ਤਾਂ ਕਹੋ ਵੀ ਆ ਜਿਹੜਾ ਤੁਹਾਡੇ ਸਾਹਮਣੇ ਰੱਖਿਆ ਹੈ ਇਹ ਪਾਸ ਸਮਝਿਆ ਜਾਏ, ਤੇ ਉਹ ਕਹਿਣਗੇ ਪਾਸ ਹੈ ਜੀ ਸਾਰਾ। ਤੇ ਜਿਹੜੇ ਉਹ ਤਾਂ ਮੈਨੂੰ ਇਹ ਵੀ ਲੱਗਦਾ ਕਿ ਉਹ ਜਿਹੜਾ ਕੰਮ ਕਰਨਾ ਆਉਂਦਾ ਹੀ ਨਹੀਂ ਕਿ ਵਿਧਾਨ ਨੂੰ ਕੀ ਹੈ, ਉਹ ਸਿਖਾਇਆ ਵੀ ਨਹੀਂ ਜਾਂਦਾ, ਕੋਈ ਟ੍ਰੇਨਿੰਗ ਨਹੀਂ, ਕੋਈ ਸਿਸਟਮ ਨਹੀਂ। ਐਗਜ਼ਾਮਪਲਸ ਨੇ ਕੇਰਲਾ ਦੀ ਅਸੈਂਬਲੀ ਪਿਛਲੇ 10 ਸਾਲ ਤੋਂ ਜ਼ਿਆਦਾ ਕਦੀ ਵੀ 50 ਤੋਂ ਘੱਟ ਸਿਟਿੰਗਸ ਨਹੀਂ ਹੈਗੀਆਂ। ਪਰ ਮੈਂ ਮਹਾਰਾਸ਼ਟਰ ਨੂੰ ਦੇਖਦਾ, 12.5 ਕਰੋੜ ਦੀ ਵਸੋਂ ਮਹਾਰਾਸ਼ਟਰ ਦੀ ਹੈਗੀ ਹੈ, ਔਰ ਟੋਟਲ 15 ਦਿਨ ਲਈ ਅਸੈਂਬਲੀ ਬੈਠਦੀ ਹੈ। ਮਤਲਬ ਇੰਗਲੈਂਡ ਦੀ ਆਬਾਦੀ 6.5 ਕਰੋੜ ਹੈ ਅਮੀਰ ਜੀ, 9 ਕਰੋੜ ਆਬਾਦੀ, 9 ਕਰੋੜ ਤੋਂ ਘੱਟ ਹੀ ਹੈ ਜਰਮਨੀ ਦੀ ਆਬਾਦੀ। ਇਟਲੀ ਕਿੰਨੀ ਹੋਏਗੀ? ਇਟਲੀ 6 ਕਰੋੜ ਦੇ ਆਸ-ਪਾਸ ਦੀ ਹੈ। ਯਾਨੀ ਇੰਗਲੈਂਡ ਤੇ ਇਟਲੀ ਦੀ ਆਬਾਦੀ ਜਿੰਨੀ, ਦੋ ਦੇਸ਼ਾਂ ਦੀ ਆਬਾਦੀ ਜਿੰਨੀ ਵੱਡੀ ਸੰਖਿਆ ਦੀ ਕਾਨੂੰਨ ਘੜਨੀ ਸਭਾ ਸਾਲ ਚ ਕੁੱਲ 15 ਦਿਨ ਬੈਠੇਗੀ ਮਹਾਰਾਸ਼ਟਰ ਦੀ। ਇਹ ਅਸੀਂ ਕੀ ਸਿਸਟਮ ਬਣਾ ਰੱਖਿਆ? ਨਹੀਂ ਇਸੇ ਸਿਸਟਮ ਨਾਲ ਤਾਂ ਪ੍ਰੈਕਟਿਸ ਚਾਹੀਦੀ ਨੇ ਵੱਡੇ ਲੈਵਲ ਤੇ ਕਿ ਅਸੀਂ ਕਨਸਟੀਟਿਊਸ਼ਨ ਨੂੰ ਵੀ ਦਰਕਨਾਰ ਕਰ ਰਹੇ ਹਾਂ ਬਿਲਕੁਲ ਸਾਰੇ ਕਿਤੇ। ਬਿਲਕੁਲ ਇਸੇ ਕਰਕੇ ਫਿਰ ਜਦੋਂ ਇਹੋ ਜਿਹੇ ਅਸੈਂਬਲੀਆਂ ਦਾ ਹਾਲ ਪਾਰਲੀਮੈਂਟਾਂ ਦਾ ਹੋਣਾ ਹੈ ਤਾਂ ਅਸੀਂ ਲੋਚਦੇ ਆ ਵੀ ਸਾਡੀਆਂ ਜ਼ਿਲ੍ਹਾ ਪ੍ਰੀਸ਼ਦਾਂ, ਸਾਡੀਆਂ ਮਿਊਨਿਸਪਲ ਕਾਰਪੋਰੇਸ਼ਨਾਂ, ਸਾਡੇ ਹੇਠਾਂ ਗ੍ਰਾਮ ਸਭਾਵਾਂ ਤੋਂ ਲੈ ਕੇ ਹੇਠੋਂ ਗ੍ਰਾਸਰੂਟ ਡੈਮੋਕ੍ਰੇਸੀ ਵਿਕਸਿਤ ਹੋਵੇ, ਤਾਂ ਕਿਹਨੇ ਕਰਨੀ ਹੈ ਗ੍ਰਾਸਰੂਟ ਲੈਵਲ ਦੀ ਡੈਮੋਕ੍ਰੇਸੀ? ਜੇ ਇਹ ਸਿੱਖਿਅਤ ਬੰਦੇ ਹੋਣਗੇ ਉੱਪਰ, ਇਹ ਕਦਰ ਕਰਨਗੇ ਡੈਮੋਕ੍ਰੇਸੀ ਦੀ, ਤਾਂ ਕਦਰ ਐਕਚੁਅਲੀ ਤਾਂ ਡੈਮੋਕ੍ਰੇਸੀ ਕੋਈ ਚੀਜ਼ ਤਾਂ ਹੈ ਨਹੀਂ ਜਿਹੜੀ ਫੜਾ ਦਿੱਤੀ ਜਾਊਗੀ, ਇਹ ਤਾਂ ਜੀਵਨ ਜਾਂਚ ਹੈ ਨਾ। ਤੁਹਾਨੂੰ ਇਹ ਚੀਜ਼ ਆਉਣੀ ਚਾਹੀਦੀ। ਜਿਹੜੀ ਡਿਮਾਂਡ ਹੁਣ ਉੱਠੀ ਹੈ ਕਿ ਇੱਕ ਜੇਪੀਸੀ ਬਣਾਈ ਜਾਵੇ ਅਡਾਨੀ ਵਾਲੇ ਸਾਰੇ ਘਪਲੇ ਦੀ ਜਾਂਚ ਕਰਨ ਲਈ, ਆਈ ਥਿੰਕ ਇਹਦੇ ਪਿੱਛੇ ਵੀ ਕਾਰਨ ਨਹੀਂ ਸੀ। ਅਸੀਂ ਇਹ ਜਿਹੜਾ ਸਾਰਾ ਸਿਸਟਮ ਵੀ ਬਣਾਇਆ ਸੀਗਾ, ਮੈਨੂੰ ਉਹ ਯਾਦ ਆ ਰਹੀ ਹੈ ਅਮਰੀਕਾ ਦੇ ਪ੍ਰੈਜ਼ੀਡੈਂਟ ਹੁੰਦੇ ਸੀਗੇ ਵੁਡਰੋ ਵਿਲਸਨ, ਉਹ ਕਹਿੰਦੇ ਸੀ ਕਾਂਗਰਸ ਇਜ਼ ਇਨ ਸੈਸ਼ਨ ਇਜ਼ ਕਾਂਗਰਸ ਔਨ ਐਗਜ਼ੀਬਿਸ਼ਨ। ਜਦੋਂ ਸੈਸ਼ਨ ਲੱਗਾ ਹੁੰਦਾ ਕਾਂਗਰਸ ਦਾ, ਸਮਝ ਲਓ ਨੁਮਾਇਸ਼ ਹੋ ਰਹੀ ਹੁੰਦੀ ਹੈ, ਬਟ ਕਾਂਗਰਸ ਇਨ ਕਮੇਟੀਜ਼ ਇਜ਼ ਕਾਂਗਰਸ ਐਟ ਵਰਕ। ਜਦੋਂ ਕਮੇਟੀਆਂ ਵਿੱਚ ਕਾਂਗਰਸ ਬੈਠਦੀ ਹੈ ਨਾ, ਉਹ ਕਾਂਗਰਸ, ਉਹਨਾਂ ਦੀ ਯੂਐਸ ਹਾਊਸ, ਜਿਹੜਾ ਯੂਐਸ ਹਾਊਸ ਹੈ ਜਿਹਦਾ ਲੋਕ ਸਭਾ ਰਾਜ ਸਭਾ, ਉਹਦਾ ਉਹਨਾਂ ਦੀ ਕਾਂਗਰਸ ਤੇ ਸੈਨੇਟ ਹੈ, ਕਿ ਉਹ ਜਿਹੜੀ ਕਾਂਗਰਸ ਹੈ ਜਦੋਂ ਕਮੇਟੀਆਂ 'ਚ ਬੈਠਦੀ ਹੈ ਤਾਂ ਮਤਲਬ ਉਹ ਕੰਮ ਕਰ ਰਹੀ ਹੈ। ਅਸੀਂ ਵੀ ਸਿਸਟਮ ਇਹ ਬਣਾਇਆ ਸੀ ਜਿਸ ਵੇਲੇ ਇਹ ਸਮਝ ਆ ਗਈ ਕਿ ਪਾਰਲੀਮੈਂਟ ਦੇ ਵਿੱਚ ਕੇਵਲ ਕੈਮਰੇ ਨੂੰ ਦੇਖ ਕੇ ਭਾਸ਼ਣ ਹੁੰਦੇ ਨੇ ਜਾਂ ਅਖਬਾਰਾਂ ਦੀਆਂ ਸੁਰਖੀਆਂ ਨੂੰ ਦੇਖ ਕੇ ਭਾਸ਼ਣ ਹੁੰਦੇ ਨੇ, ਅਸੀਂ ਸਾਰਾ ਜਿਹੜਾ ਕਾਨੂੰਨ ਘੜਨ ਦਾ ਰੀਅਲ ਕੰਮਕਾਜ ਸੀ ਉਹ ਕਮੇਟੀਆਂ ਵਿੱਚ ਲੈ ਗਏ। ਕੇਸ ਪੀਏਸੀ ਹੋਏਗੀ, ਸਟੈਂਡਿੰਗ ਕਮੇਟੀਆਂ ਹੋਣਗੀਆਂ, ਹਰੇਕ ਡਿਪਾਰਟਮੈਂਟ ਦੀਆਂ ਸਟੈਂਡਿੰਗ ਕਮੇਟੀਜ਼ 1993 ਤੋਂ ਸਟਾਰਟ ਹੋਈਆਂ। ਉਸ ਵੇਲੇ ਸ਼ਾਇਦ ਇਹ ਮੇਰੇ ਖਿਆਲ 22 ਜਾਂ 24 ਸੀਗੀਆਂ, ਹੁਣ ਮੇਰੇ ਖਿਆਲ ਉਹ 30 ਦੇ ਆਸ-ਪਾਸ ਹੋ ਗਈਆਂ ਨੇ। ਮੈਂ ਆਈ ਐਮ ਨਾਟ ਚੈੱਕ ਦਾ ਰੀਅਲ ਫਿਗਰ। ਹਰੇਕ ਕਮੇਟੀ ਦੇ 31 ਮੈਂਬਰ ਹੁੰਦੇ ਨੇ, 21 ਆਉਂਦੇ ਨੇ ਲੋਕ ਸਭਾ ਵਿੱਚੋਂ, 10 ਆਉਂਦੇ ਨੇ ਰਾਜ ਸਭਾ ਦੇ ਵਿੱਚੋਂ। ਇਹਨਾਂ ਕਮੇਟੀਆਂ 'ਚ ਕਿਉਂਕਿ ਕੈਮਰੇ ਨਹੀਂ ਲੱਗੇ ਹੁੰਦੇ, ਕਿਉਂਕਿ ਰੋਜ਼-ਰੋਜ਼ ਸੁਰਖੀਆਂ ਨਹੀਂ ਛਪਣੀਆਂ ਹੁੰਦੀਆਂ, ਸੋ ਵਿਰੋਧੀ ਧਿਰ ਦੇ ਮੈਂਬਰ ਤੇ ਸਰਕਾਰ ਦੇ ਮੈਂਬਰ ਆਪਸ ਵਿੱਚ ਇੱਕ ਸੁਹਿਰਦ ਮਾਹੌਲ ਦੇ ਵਿੱਚ ਵਧੀਆ ਗੱਲਬਾਤ ਕਰਦੇ ਨੇ, ਚੀਜ਼ਾਂ ਡਿਸਕਸ ਹੁੰਦੀਆਂ ਨੇ, ਥ੍ਰੈਸ਼ ਆਊਟ ਹੁੰਦੀਆਂ ਨੇ, ਕਾਨੂੰਨ ਬਣਾਏ ਜਾਂਦੇ ਨੇ। ਹੁਣ ਸਰਕਾਰ ਨੇ ਇਹ ਖਾਸ ਤੌਰ ਤੇ ਬੀਜੇਪੀ ਦੀ ਸਰਕਾਰ ਆਉਣ ਤੋਂ ਬਾਅਦ ਉਹ ਕਮੇਟੀਆਂ ਦੇ ਸਿਸਟਮ ਉੱਤੇ ਵੀ ਹਮਲਾ ਹੋ ਚੁੱਕਾ ਹੋਇਆ। ਇਸ ਵੇਲੇ ਕਾਂਗਰਸ ਦਾ ਕੋਲ ਇੱਕ ਪੀਐਸਸੀ ਨੂੰ ਛੱਡ ਕੇ ਕਿਸੇ ਕਮੇਟੀ ਦਾ ਕੋਈ ਚੇਅਰਪਰਸਨ ਨਹੀਂ ਹੈਗਾ। ਜਦੋਂ ਵੀ ਮਜਬੂਰੀ ਹੈ, ਪੀਐਸਸੀ ਮਜਬੂਰੀ ਹੈ ਕਿਉਂਕਿ ਉਹਦੇ ਕਾਨੂੰਨ ਹੈਗਾ ਕਿ ਆਪੋਜੀਸ਼ਨ ਦਾ ਚੇਅਰਮੈਨ ਲਾਣਾ ਹੁੰਦਾ। ਅਦਰਵਾਈਜ਼ ਸਾਰੀ ਟੀਐਮਸੀ ਇਸ ਵੇਲੇ ਲਾਰਜੈਸਟ ਸਿੰਗਲ ਪੋਲੀਟੀਕਲ ਪਾਰਟੀ ਹੈ, ਆਪੋਜੀਸ਼ਨ ਪਾਰਟੀ, ਉਹਦਾ ਕਿਸੇ ਵੀ ਕਮੇਟੀ ਦਾ ਕੋਈ ਚੇਅਰਮੈਨ ਨਹੀਂ ਹੈਗਾ। ਸੋ ਅਸੀਂ ਜਿਹੜਾ ਪਾਰਲੀਮੈਂਟ ਦੀ ਫੰਕਸ਼ਨਿੰਗ ਨੂੰ ਬੈਟਰ ਚਲਾਉਣ ਲਈ ਇੱਕ ਸਿਸਟਮ ਬਣਾਇਆ ਸੀਗਾ, ਸਟੈਂਡਿੰਗ ਕਮੇਟੀਜ਼ ਦਾ, ਐਡ ਹਾਕ ਕਮੇਟੀਜ਼ ਦਾ ਤੇ ਜੁਆਇੰਟ ਪਾਰਲੀਮੈਂਟਰੀ ਕਮੇਟੀਜ਼ ਦਾ। ਇਹ
ਬੀਜੇਪੀ ਦੀ ਸਰਕਾਰ ਉਸ ਨੂੰ ਵੀ ਫੇਲ ਕਰਨ ਤੇ ਆ ਗਈ ਹੋਈ ਹੈ। ਮੈਨੂੰ ਲੱਗਦਾ ਹੈ ਇਸ ਦੇਸ਼ ਦੇ ਵਿੱਚ ਮੁੜ ਤੋਂ ਪਾਰਲੀਮੈਂਟ ਦੀ ਫੰਕਸ਼ਨਿੰਗ ਨੂੰ ਫੋਕਸ ਵਿੱਚ ਲਿਆਉਣ ਦੀ ਲੋੜ ਹੈ ਤੇ ਜੋ ਇਸ ਵਾਰੀ ਅਡਾਨੀ ਗਰੁੱਪ ਦੇ ਮਾਮਲੇ ਦੇ ਉੱਤੇ ਜਿਸ ਤਰੀਕੇ ਨਾਲ ਪ੍ਰਧਾਨ ਮੰਤਰੀ ਨੇ ਪੋਲੀਟੀਕਲ ਸਪੀਚਸ ਦਿੱਤੀਆਂ ਨੇ, ਸਾਡਾ ਸਭ ਦਾ ਧਿਆਨ, ਔਰ ਖਾਸ ਤੌਰ ਤੇ ਜਿਨ੍ਹਾਂ ਲੋਕਾਂ ਨੂੰ ਇਸ ਪ੍ਰਧਾਨ ਮੰਤਰੀ ਨਾਲ ਮੁਹੱਬਤ ਹੈ, ਜਿਨ੍ਹਾਂ ਨੂੰ ਬੀਜੇਪੀ ਬਹੁਤ ਚੰਗੀ ਲੱਗਦੀ ਹੈ, ਜਿਨ੍ਹਾਂ ਨੂੰ ਲੱਗਦਾ ਅਮਿਤ ਸ਼ਾਹ ਤੇ ਨਰਿੰਦਰ ਮੋਦੀ ਦੇਸ਼ ਨੂੰ ਅੱਗੇ ਲੈ ਕੇ ਜਾਣਗੇ, ਉਹਨਾਂ ਨੂੰ ਬਹੁਤ ਧਿਆਨ ਦੇਣ ਦੀ ਲੋੜ ਹੈ ਕਿ ਭਰਾਵੋ ਜੇ ਅੰਧ ਭਗਤੀ ਦੇ ਵਿੱਚ ਇਸ ਤਰੀਕੇ ਨਾਲ ਤੁਸੀਂ ਪਾਰਲੀਮੈਂਟਰੀ ਇੰਸਟੀਟਿਊਸ਼ਨਸ ਨੂੰ ਤਬਾਹ ਕਰ ਦਿਓਗੇ ਤਾਂ ਤੁਹਾਡਾ ਕੋਈ ਮੀਡੀਏਟਰ ਸੱਤਾ ਦੇ ਨਾਲ ਨਹੀਂ ਰਹੇਗਾ। ਮੀਡੀਏਟਿੰਗ ਇੰਸਟੀਚਿਊਟ ਇੱਕ ਵਾਰੀ ਤਬਾਹ ਹੋ ਗਿਆ ਤਾਂ ਫਿਰ ਤੁਸੀਂ ਡਿਕਟੇਟਰਸ਼ਿਪ ਨੂੰ ਸਾਹਮਣੇ ਨਜ਼ਰਾਂ 'ਚ ਅੱਖਾਂ 'ਚ ਅੱਖਾਂ ਪਾ ਕੇ ਦੇਖ ਰਹੇ ਹੋ। ਅਸੀਂ ਜਦੋਂ ਕੰਸੈਂਸਸ ਦੇ ਤੌਰ ਤੇ, ਆਮ ਸਹਿਮਤੀ ਦੇ ਤੌਰ ਤੇ ਆਪਣਾ ਗਲਾ ਆਪ ਹੀ ਕੱਟ ਰਹੇ ਹੋਈਏ ਤੇ ਅਸੀਂ ਕਹਿੰਦੇ ਰਹੀਏ ਕਿ ਐਂਟੀ ਡਿਫੈਕਸ਼ਨ ਲਾ ਲਾਗੂ ਹੋ ਗਿਆ ਜੀ, ਇਹ ਬਹੁਤ ਪ੍ਰੋਬਲਮੈਟਿਕ ਤੇ ਐਂਟੀ ਡਿਫੈਕਸ਼ਨ ਲਾ ਦਾ ਮਤਲਬ ਹੈ ਕਿ ਤੁਸੀਂ ਪਾਰਟੀ ਪ੍ਰਧਾਨ ਜਾਂ ਪਾਰਟੀ ਆਗੂ ਜਿਹੜਾ ਤੁਹਾਡਾ ਉੱਤੇ ਹੈ ਉਹਦੇ ਹੱਥ 'ਚ ਤਾਂ ਆਪਣੀ ਗਰਦਨ ਦੇ, ਉਸ ਤੋਂ ਵੱਖਰਾ ਕੋਈ ਵਿਚਾਰ ਰੱਖ ਹੀ ਤੁਸੀਂ ਨਹੀਂ ਸਕਦੇ। ਵੱਖਰਾ ਵਿਚਾਰ ਜਾਂ ਵੋਟ ਪਾ ਹੀ ਨਹੀਂ ਸਕਦੇ। ਔਰ ਜਿਨ੍ਹਾਂ ਤੋਂ ਅਸੀਂ ਉਧਾਰਾ ਲਿਆ, ਬਿਲਕੁਲ ਪਾਰਲੀਮੈਂਟਰੀ ਸਿਸਟਮ ਉਧਾਰਾ ਵੀ ਲਿਆ ਕਿ ਮੈਂ ਕਹੂੰਗਾ ਜਿਵੇਂ ਉਹਨਾਂ ਨੇ ਉਹ ਲਾ ਕੱਢ ਦਿੱਤਾ ਹੋਇਆ, ਉਹਨਾਂ ਨੇ ਉਹ ਲਾ ਕੱਢ ਦਿੱਤਾ ਹੋਇਆ, ਉਹਨਾਂ ਨੇ ਵਿਪ ਕੱਢ ਦਿੱਤੀ ਹੋਈ ਹੈ ਕਿ ਵਿਪ ਬਿਲਕੁਲ। ਜਾਰੀ ਨਹੀਂ ਹੋਊ। ਤੁਹਾਡੇ ਵਿਵੇਕ ਤੇ ਘੱਟੋ ਘੱਟ ਐਡੇ ਲੱਖਾਂ ਬੰਦੇ ਚੋਂ ਚੁਣਿਆ ਹੋਇਆ ਨੁਮਾਇੰਦਾ ਹੈ, ਉਹਦੇ ਵਿਵੇਕ ਤੇ ਚਾਬੁਕ ਨੂੰ ਵਿਪ ਚਾਬੁਕ ਨੂੰ ਕਹਿੰਦੇ ਨੇ, ਹਾਂ ਉਹਦੇ ਤੇ ਉਹਦੇ ਵਿੱਚ ਚਾਬੁਕ ਚਾਹੀਦੀ ਹੈ ਸਾਨੂੰ, ਜਾਂ ਉਹਦੇ ਤੇ ਯਕੀਨ ਕਰੋ ਕਿ ਉਹ ਹਾਂ। ਆਪਣੀ ਬੁੱਧੀ ਨਾਲ ਗੱਲ ਠੀਕ ਕਰੇਗਾ, ਠੀਕ ਜਗ੍ਹਾ ਵੋਟ ਪਾਏਗਾ। ਈਵਨ ਸਪੀਕਰ ਵੀ ਜਿੰਨੇ ਡਿਵੈਲਪਡ ਕੰਟਰੀਜ਼ ਦੇ ਵਿੱਚ ਜਿਹੜੇ ਖਾਸ ਤੌਰ ਤੇ ਪਾਰਲੀਮੈਂਟ ਦੇ ਵਿੱਚ ਸਪੀਕਰ ਨੇ ਜਿਹੜੇ ਹੇਠਲੇ ਸਦਨ ਦੇ, ਬਿਲਕੁਲ ਉਹ ਆਪਣੀ ਪਾਰਟੀ ਤੋਂ ਰਿਜ਼ਾਈਨ ਕਰ ਜਾਂਦਾ ਬਿਲਕੁਲ ਜਦੋਂ ਵੀ ਤੁਸੀਂ ਹੁੰਦੇ ਹੋ। ਸਾਡੇ ਸਪੀਕਰ ਦੁਬਾਰਾ ਚੋਣਾਂ ਲੜੀ ਜਾ ਰਹੇ ਨੇ। ਕੁਝ ਚੀਜ਼ਾਂ ਉਹਨਾਂ ਨੇ, ਹਾਲਾਂਕਿ ਸਾਡੇ ਨਾਲੋਂ ਜ਼ਿਆਦਾ ਤਾਂ ਜਿਵੇਂ ਬ੍ਰਿਟੇਨ ਹੈ ਲਿਖਤੀ ਸੰਵਿਧਾਨ ਨਹੀਂ, ਤਾਂ ਵੀ ਉਹਦੀ ਪਰੰਪਰਾ ਹੀ ਏਡੀ ਮਜ਼ਬੂਤ ਹੈ, ਬਿਲਕੁਲ ਲੋਕਾਂ ਦੀ ਜਾਗਰੂਕਤਾ ਹੈ। ਤਾਂ ਸਾਡੇ ਤਾਂ ਸਗੋਂ ਇਹ ਗੱਲਾਂ ਹੋਰ ਦਰਜ ਕਰਨ ਵਾਲੀਆਂ ਨੇ, ਸਾਡੇ ਤਾਂ ਜਿਹੜੀਆਂ ਲਿਖੀਆਂ ਨੇ ਉਹਨੂੰ ਵੀ ਨਹੀਂ ਛੱਡਦੇ। ਵਿਪ ਸਿਸਟਮ ਹਟਣਾ, ਸਪੀਕਰ ਪਾਰਟੀ ਦਾ ਕਿਸੇ ਨਾਲ ਨਾਰਾ, ਜੇ ਉਹ ਲੜਨਾ ਚਾਹੁੰਦਾ ਤਾਂ ਅਨਅਪੋਜ਼ਡ ਕਿਤੋਂ ਲੜਾ ਦੋ ਦੁਬਾਰਾ, ਫਿਰ ਚਾਹੇ ਆ ਜੀ ਉਸ ਲੈਵਲ ਦੇ ਉੱਤੇ। ਤੇ 90 ਦਿਨ ਸੈਸ਼ਨ ਚੱਲਣ ਦਾ ਸਵਾਲ ਹੈ, ਜਵਾਬਦੇਹੀ ਦੇ ਸਵਾਲ ਨੇ, ਉਹਨਾਂ ਕਮੇਟੀਆਂ ਕੋਲ ਸਾਰੇ ਕੰਮ ਜਾਣ ਦੇ ਸਵਾਲ ਨੇ, ਕਾਫੀ ਵੱਡੇ ਪੱਧਰ ਤੇ ਓਵਰਆਲਿੰਗ ਦੇ ਸਵਾਲ ਹੈ, ਜਿਵੇਂ ਕਹਿੰਦੇ ਨੇ ਪੈਚ ਵਰਕ ਨਹੀਂ ਡੈਮੋਕ੍ਰੇਸੀ ਦਾ। ਅਫਸੋਸ ਇਸ ਗੱਲ ਦਾ ਵੀ ਹੈ ਨਾ, ਅਸੀਂ ਦਰਅਸਲ ਇਸ ਦੇਸ਼ ਦੇ ਵਿੱਚ ਪਾਰਲੀਮੈਂਟ ਨੂੰ ਬਹੁਤ ਖੂਬਸੂਰਤ ਤਰੀਕਿਆਂ ਦੇ ਨਾਲ ਚੱਲਦਿਆਂ ਦੇਖਿਆ। ਅਸੀਂ ਬਹੁਤ ਵੱਡੇ ਕੱਦ ਦੇ ਪਾਰਲੀਮੈਂਟੇਰੀਅਨਸ ਦੇਖੇ ਹੋਏ ਨੇ। ਮਤਲਬ ਇੱਕ ਤਾਂ ਹੁੰਦਾ ਨਾ ਕੋਈ ਦੇਸ਼ ਨੇ ਅਜੇ ਜੀ ਇੱਥੇ ਡੈਮੋਕ੍ਰੇਸੀ ਉਸ ਤਰੀਕੇ ਨਾਲ ਇਵੋਲਵ ਨਹੀਂ ਕੀਤੀ। ਅਸੀਂ ਇੱਕ ਇਵੋਲਵਡ ਲੈਵਲ ਤੇ ਪਹੁੰਚ ਗਏ ਜਿੱਥੇ ਪੀਲੂ ਮੋਦੀ ਵਰਗੇ ਬੰਦੇ, ਜਿੱਥੇ ਮਧੂ ਦੰਡਵਤੀ ਵਰਗੇ ਬੰਦੇ, ਜਿੱਥੇ ਮਧੂ ਲਿਮੇ ਵਰਗੇ ਬੰਦੇ ਪਾਰਲੀਮੈਂਟੇਰੀਅਨ ਸੀ ਸਾਡੇ। ਨਹਿਰੂ ਦੀ ਜਿਹੜੀ ਪਾਰਲੀਮੈਂਟਰੀ ਜਿਹੜੀ ਵਰਕ ਹੈ, ਜਿਹੜੀਆਂ ਉਹਨਾਂ ਦੀਆਂ ਸਪੀਚਸ ਨੇ ਉਹ ਪੜ੍ਹਨ ਯੋਗ ਨੇ। ਸਾਡੇ ਕੋਲ ਬਹੁਤ ਵੱਡੇ ਪਾਰਲੀਮੈਂਟੇਰੀਅਨਸ ਹੋਏ ਨੇ। ਜਾਰਜ ਫਰਨਾਂਡਿਸ ਵਾਸ ਅ ਰਿਮਾਰਕੇਬਲ ਪਾਰਲੀਮੈਂਟੇਰੀਅਨ। ਬੀਜੇਪੀ ਦੇ ਆਪਣੇ ਅਟਲ ਬਿਹਾਰੀ ਵਾਜਪੇਈ ਰਿਮਾਰਕੇਬਲ ਪਾਰਲੀਮੈਂਟੇਰੀਅਨ ਸੀਗੇ। ਉਹ ਮਤਲਬ ਮੈਨੂੰ ਅਜੇ ਤੱਕ ਉਹਨਾਂ ਦੀਆਂ ਪਾਰਲੀਮੈਂਟ 'ਚ ਕਈਆਂ ਗੱਲਾਂ ਯਾਦ ਆਉਂਦੀਆਂ ਨੇ। ਜਿਸ ਵੇਲੇ ਉਹਨਾਂ ਦੀ ਸਰਕਾਰ ਗਿਰੀ ਹੈ ਇੱਕ ਵੋਟ ਪਿੱਛੇ, ਉਹਨਾਂ ਦੀ ਸਪੀਚ ਤੁਸੀਂ ਪਾਰਲੀਮੈਂਟ 'ਚ ਯਾਦ ਕਰੋ। ਉਹ ਕਹਿੰਦੇ ਐਸਾ ਨਹੀਂ ਹੈ ਕਿ ਮੰਡੀ में माल नहीं था, ऐसा नहीं है कि माल बिकाऊ नहीं था, सिर्फ ये था कि माल खरीदने के लिए मैं नहीं गया। ਹੁਣ ਬੀਜੇਪੀ ਹਰ ਵੇਲੇ ਮਾਲ ਖਰੀਦਣ ਲਈ ਹਰ ਇੱਕ ਮੰਡੀ ਦੇ ਵਿੱਚ ਤੁਰੀ ਫਿਰਦੀ ਹੁੰਦੀ ਹੈ। ਨਹੀਂ, ਈਵਨ ਰਾਜੀਵ ਗਾਂਧੀ ਤੱਕ ਵੀ ਅਟਲ ਬਿਹਾਰੀ ਵਾਜਪਾਈ ਖੁਦ ਉਦਾਹਰਨ ਦਿੰਦੇ ਰਹੇ ਜੀ ਕਿ ਉਹਨਾਂ ਨੂੰ ਕਿਤੋਂ ਪਤਾ ਲੱਗਿਆ ਮੈਂ ਬਿਮਾਰਾਂ ਨਾਲ ਡੈਲੀਗੇਸ਼ਨ ਦਾ ਮੁਖੀ ਬਣਾਤਾ ਕਿ ਤੂੰ ਇੰਡੀਆ ਨੂੰ ਰਿਪਰੈਜ਼ੈਂਟ ਕਰੇਗਾ ਬਾਹਰ। ਬਿਲਕੁਲ ਤੇ ਬਿਲਕੁਲ ਨਾਲ ਇਹ ਚੀਜ਼ਾਂ ਨੇ। ਬਿਲਕੁਲ ਤੇ ਹੁਣ ਜਿਹੜਾ ਜਿਵੇਂ ਨਾ ਦੁਸ਼ਮਣ ਹੁੰਦੇ ਨੇ ਇੱਕ ਦੂਜੇ ਦੇ, ਡਿਫਰੈਂਸ ਰਹਿਣਗੇ ਆਪੋਜੀਸ਼ਨ ਦੇ। ਔਰ ਮੈਨੂੰ ਲੱਗਦਾ ਪਾਲਿਸੀ ਚ ਪਿਛਲੇ ਪਿਛੋਕੜ ਚ ਵੀ ਬਹੁਤ ਏਰੀਆਸ ਡਿਫਾਈਨਡ ਸੀਗੇ ਵੀ ਹਾਂ। ਫੋਰਨ ਪਾਲਿਸੀ ਦੇ ਉੱਤੇ ਸਰਕਾਰ ਤੇ ਆਪੋਜੀਸ਼ਨ ਦੀ ਲੈਂਗੁਏਜ ਇੱਕੋ ਹੁੰਦੀ ਸੀਗੀ। ਹੁਣ ਤੁਸੀਂ ਦੇਖੋ ਅੱਜ ਚੀਨ ਦੇ ਉੱਤੇ ਸਰਕਾਰ ਦੀ ਲੈਂਗੁਏਜ ਕਿੱਥੇ ਖੜੀ ਹੈ ਤੇ ਕਾਂਗਰਸ ਦੀ ਰਾਹੁਲ ਗਾਂਧੀ ਦੀ ਲੈਂਗੁਏਜ ਕਿੱਥੇ ਖੜੀ ਹੈ। ਪਾਰਲੀਮੈਂਟ ਦੇ ਵਿੱਚ ਕਿਉਂ ਡਿਬੇਟ ਨਹੀਂ ਹੋ ਰਹੇ? ਕਿਉਂ ਪਾਰਲੀਮੈਂਟ ਦੇ ਵਿੱਚ ਇਹ ਡਿਬੇਟ ਨਹੀਂ ਹੋਏਗਾ? ਜੇ ਮਨਰੇਗਾ ਦਾ ਬਜਟ ਇੰਨਾ ਘਟ ਜਾਏਗਾ ਤਾਂ ਪਾਰਲੀਮੈਂਟ ਵਿੱਚ ਡਿਬੇਟ ਕਿਉਂ ਨਹੀਂ ਹੋਏਗਾ? ਅੱਜ ਸਾਡੇ ਪਾਕਿਸਤਾਨ ਦੇ ਵਿੱਚ ਕੀ ਹਾਲਾਤ ਨੇ, ਜਿੱਦਾਂ ਉਹ ਸਾਰੀ ਰਾਤ ਜਾਗਦੇ ਰਹਿੰਦੇ ਨੇ ਨਾ ਕਿ ਭਾਈ ਅਜੇ ਮੌਲਵੀ ਨੇ ਦੱਸਿਆ ਨਹੀਂ ਕਿ ਉਹ ਚੰਨ ਚੜਿਆ ਕਿ ਨਹੀਂ। ਕੱਲ ਸਾਰੀ ਰਾਤ ਸਾਰਾ ਪਾਕਿਸਤਾਨ ਜਾਗਦਾ ਰਿਹਾ ਵੀ IMF ਦੀ ਟੀਮ ਨੇ ਫਾਈਨਲੀ ਪਾਲਿਸੀ ਡਾਕੂਮੈਂਟ ਦਿੱਤਾ ਕਿ ਨਹੀਂ। ਉਹ ਸਵੇਰੇ 9 ਵਜੇ ਦੇਸ਼ ਛੱਡ ਕੇ ਗਏ ਨੇ, ਸਵੇਰੇ ਤੜਕੇ, ਤੇ 9 ਵਜੇ ਡਾਕੂਮੈਂਟ ਮੇਲ ਤੇ ਆਇਆ। ਤੇ ਸਵੇਰੇ ਅੱਜ ਫਾਈਨੈਂਸ ਮਿਨਿਸਟਰ ਪਾਕਿਸਤਾਨ ਦੇ ਸ਼ਾਕਦਾਰ ਪ੍ਰੈਸ ਕਾਨਫਰੰਸ ਕਰ ਰਹੇ ਸੀ ਕਿ ਸਾਨੂੰ ਪਾਲਿਸੀ ਡਾਕੂਮੈਂਟ ਦੇ ਗਏ ਨੇ। ਇੱਥੋਂ ਪਤਾ ਲੱਗਦਾ ਹੈ ਕਿ ਜਦੋਂ ਕਿਸੇ ਦੇਸ਼ ਦੀਆਂ ਪਾਰਲੀਮੈਂਟ ਨੂੰ ਬਿਲਕੁਲ ਇੰਸਟੀਟਿਊਸ਼ਨ ਦੇ ਤੌਰ ਦੇ ਉੱਤੇ ਫੇਲ ਕਰ ਦਿੱਤਾ ਜਾਵੇ ਤਾਂ ਤੁਸੀਂ ਇਸ ਕਦਰ ਰਿਡਿਊਸ ਕਰ ਦਿੱਤੇ ਜਾਂਦੇ ਹੋ ਕਿ IMF ਦੀਆਂ ਟੀਮਾਂ ਆ ਕੇ ਤੁਹਾਡੇ ਦੇਸ਼ ਦੀ ਮਰੀਸ਼ਤ ਦਾ ਕੀ ਹਾਲ ਹੈ ਉਹ ਤੁਹਾਨੂੰ ਆ ਕੇ ਸ਼ੀਸ਼ਾ ਦਿਖਾਉਂਦੀਆਂ ਨੇ ਤੇ ਤੁਹਾਨੂੰ ਗੱਲ ਲਈ ਜਾ ਕੇ ਮੰਗਤੇ ਦੇ ਤੌਰ ਤੇ ਉੱਥੇ ਬੈਠਣਾ ਪੈਂਦਾ ਹੈ। ਸਾਡੀ ਇਹ ਖੁਸ਼ਨੂਦੀ ਹੈ, ਖੁਸ਼ਕਿਸਮਤੀ ਹੈ ਕਿ ਅਸੀਂ ਆਖਰੀ ਵਾਰੀ IMF ਕੋਲ 1991 ਵਿੱਚ ਗਏ ਸੀ। ਪਰ ਜਿਸ ਤਰੀਕੇ ਦੇ ਨਾਲ ਇਹ ਅਡਾਨੀ ਅਫੇਅਰ ਸਾਹਮਣੇ ਆਇਆ ਇਉਂ ਨਹੀਂ ਜਾਪਦਾ
ਕਿ ਸਾਡੇ ਦੇਸ਼ ਦੀ ਮਰੀਸ਼ਤ ਦੇ ਉੱਤੇ ਸਾਡੇ ਦੇਸ਼ ਦਾ ਹੀ ਆਪਣਾ ਰਾਜ ਹੈ। ਜੇ ਸ਼ੈਲ ਕੰਪਨੀਆਂ ਦੇ ਪੈਸੇ ਦਾ ਇੰਨੇ ਵੱਡੇ ਤੌਰ ਦੇ ਉੱਤੇ ਉਹਨਾਂ ਕੰਪਨੀਆਂ ਦੇ ਵਿੱਚ ਨਿਵੇਸ਼ ਹੈ ਜਿਹੜੀਆਂ ਦੇਸ਼ ਲਈ ਡਿਫੈਂਸ ਇਕਵਿਪਮੈਂਟ ਤਿਆਰ ਕਰਦੀਆਂ ਨੇ, ਜਿਨ੍ਹਾਂ ਦੇ ਉੱਤੇ ਇਕਨੋਮਿਕ ਦਾਰੋਮਦਾਰ ਖੜਾ ਹੋਇਆ ਹੈ, ਤਾਂ ਫਿਰ ਪਾਰਲੀਮੈਂਟ ਉਹਦੇ ਤੋਂ ਜੇ ਡਿਸਕਸ਼ਨ ਦੇ ਉੱਤੇ ਭਗੌੜਾ ਦਿਖਾਈ ਦਿੰਦੀ ਹੈ, ਜੇ ਸਰਕਾਰ ਭਗੌੜਾ ਦਿਖਾਈ ਦਿੰਦੀ ਹੈ ਕਿ ਅਸੀਂ ਪਾਰਲੀਮੈਂਟ ਵਿੱਚ ਡਿਸਕਸ਼ਨ ਨਹੀਂ ਕਰਾਂਗੇ, ਤਾਂ ਫਿਰ ਅਸੀਂ ਖੁਦਕੁਸ਼ੀ ਦਾ ਅਦਾਰਿਆਂ ਲਈ ਕੀ ਸ਼ਬਦ ਹੋਵੇ, ਅਸੀਂ ਅਦਾਰਾਕਸ਼ੀ ਕਰ ਰਹੇ ਹਾਂ, ਫਿਰ ਅਦਾਰਿਆਂ ਦੀ ਖੁਦਕੁਸ਼ੀ ਹੋ ਰਹੀ ਹੈ। ਇਸੇ ਕਰਕੇ ਲੱਗਦਾ ਇਹੀ ਹੈ ਕਿ ਜਿਹੜਾ ਓਵਰਆਲ ਸਾਡਾ ਮਾਹੌਲ ਹੈ ਪੂਰੇ ਗਲੋਬਲ ਲੈਵਲ ਤੇ ਆਪਦੇ ਵੀ ਮੀਆਂ ਮਿੱਠੂ ਬਣਦੇ ਆ ਕਿ ਸਾਡਾ ਕੱਦ ਬਹੁਤ ਵੱਧ ਗਿਆ। ਪਰ ਜਿੰਨੀਆਂ ਰਿਪੋਰਟਾਂ ਆ ਰਹੀਆਂ ਨੇ, ਕੋਈ ਕਹਿੰਦਾ ਇੰਡੀਆ ਹੁਣ ਅਰਧ ਆਜ਼ਾਦ ਦੇਸ਼ ਰਹਿ ਗਿਆ, ਬਿਲਕੁਲ ਕੋਈ ਰਿਪੋਰਟ ਇਹ ਕਹਿ ਰਹੀ ਫਰੀडम ਹੈ ਇੰਸਟੀਚਿਊਟ ਦੀ ਰਿਪੋਰਟ ਤੁਸੀਂ ਉਸ ਤੋਂ ਡਿਸਕਸ ਕਰ ਰਹੇ ਸੀਗੇ ਡੈਮੋਕ੍ਰੇਸੀ ਬਾਰੇ, ਵੀ ਅਰਧ ਆਜ਼ਾਦ ਮੁਲਕ ਰਹਿ ਗਿਆ। ਕੋਈ ਕਹਿੰਦਾ ਹੈ ਕਿ ਇਹ ਇਲੈਕਟੋਰਲ ਡੈਮੋਕ੍ਰੇਸੀ ਵੀ ਹੈ ਜਿਹੜੀ ਸਾਡੀ ਇਲੈਕਟੋਰਲ ਆਟੋਕ੍ਰੇਸੀ ਹੋ ਗਈ ਹੈ। ਤੇ ਨਾਲ ਦੀ ਨਾਲ ਕੋਈ ਕਹਿੰਦਾ ਵੀ ਆਹ ਦੇਖੋ ਜੀ, ਇੱਕ ਬਾਹਰਲੀ ਰਿਪੋਰਟ ਕਰ ਰਹੀ ਹੈ ਕਿ ਤੁਹਾਡੇ ਤਾਂ ਕਾਰਪੋਰੇਟ ਵੀ ਐ ਉਡਾ ਰਿਹਾ ਸਾਰੇ ਦਾ ਸਾਰੇ ਪੈਸੇ। ਜੌਨ ਕੀਨ ਕਹਿ ਰਹੇ ਨੇ ਕਿ ਇਹ ਡੈਸਪੋਟਿਜ਼ਮ ਹੈ, ਤਾਨਾਸ਼ਾਹੀ ਹੈ। ਹੁਣ ਉਹ ਜਿਹੜਾ ਇੱਕ ਮਾਹੌਲ ਜਿੱਧਰ ਨੂੰ ਜਾ ਰਿਹਾ, ਆਪਣੇ ਆਪ ਤਾਂ ਤੁਸੀਂ ਜੋ ਮਰਜ਼ੀ ਆਪਣੇ ਥਾਪੀ ਦਿਓ, ਜੇ ਲੋਕ ਦੇਣ ਕਹਿੰਦੇ ਨੇ ਉਹ ਥਾਪੀ ਹੁੰਦੀ ਹੈ ਅਸਲ 'ਚ, ਜਾਂ ਉਹਨੂੰ ਨੈਗਲੈਕਟ ਕਰ ਦੇਣਾ। ਬਟ ਟਰੱਕਾਂ ਥੱਲੇ ਲਿਖ ਸਕਦੇ ਹਾਂ ਅਸੀਂ, ਬਿਲਕੁਲ ਆਲੇ ਦੁਆਲੇ ਜਿਹੜੀਆਂ ਕਰ ਦਿੰਦੇ ਆ, ਇਹਨੂੰ ਐ ਨਹੀਂ ਕੀਤਾ ਜਾਣਾ। ਅਸਲ ਦੇ ਵਿੱਚ ਇਹ ਕ੍ਰਾਈਸਿਸ ਪੂਰੇ ਕੰਟਰੀ ਦੇ ਅਪਰੋਚ ਦਾ ਕ੍ਰਾਈਸਿਸ ਹੈ। ਕੱਲਾ ਪਾਰਲੀਮੈਂਟ, ਕੱਲੀਆਂ ਵਿਧਾਨ ਸਭਾਵਾਂ ਨਹੀਂ, ਜਦੋਂ ਓਵਰਆਲ ਸਿਸਟਮ ਹੋਵੇ ਤਾਂ ਇਹ ਸੱਥਾਂ 'ਚ, ਮੁਹੱਲਿਆਂ 'ਚ, ਕਾਲਜਾਂ 'ਚ, ਯੂਨੀਵਰਸਿਟੀਆਂ 'ਚ, ਹਰ ਸੂਬੇ ਦੇ ਵਿੱਚ ਡੈਮੋਕ੍ਰੇਸੀ ਕੀ ਹੈ, ਕਿਹਨੂੰ ਡੈਮੋਕ੍ਰੇਸੀ ਕਹਿੰਦੇ ਨੇ, ਕੀ ਇਹੀ ਡੈਮੋਕ੍ਰੇਸੀ ਹੈ? ਜਿੰਨੀ ਕਿ ਸਾਡੇ ਕੋਲ ਸੀ ਉਹ ਵੀ ਸਾਡੇ ਹੱਥਾਂ 'ਚੋਂ ਕਿਰ ਗਈ ਹੈ। ਤਾਂ ਦੁਬਾਰਾ ਜੇ ਡੈਮੋਕ੍ਰੇਟਿਕ ਮਾਡਲ ਨੂੰ ਲਿਆਉਣਾ ਤਾਂ ਉਹ ਕਿਹੜੀ ਡੈਮੋਕ੍ਰੇਸੀ ਹੋ ਸਕਦੀ ਹੈ? ਲੋਕ ਚਰਚਾ ਕਰ ਰਹੇ ਨੇ ਡਾਇਰੈਕਟ ਤੇ ਇਨਡਾਇਰੈਕਟ ਡੈਮੋਕ੍ਰੇਸੀ 'ਚ। ਲੋਕ ਚਰਚਾ ਕਰ ਰਹੇ ਨੇ ਲੋਕਾਂ ਦੀ ਡਿਸੀਜਨ ਮੇਕਿੰਗ ਜਿਹੜੀ ਹਿੱਸੇਦਾਰੀ ਹੈ ਉਹ ਕਿਵੇਂ ਵਧੇ ਹੋਰ ਜ਼ਿਆਦਾ। ਅਸੀਂ ਆਪਣੇ ਆਪ ਨੂੰ ਅਜੇ ਬਚਾਉਣ ਦੇ ਨਾਅਰੇ ਦੇ ਰਹੇ ਹਾਂ ਕਿ ਇੰਨੀ ਉਹ ਬਚ ਜੇ, ਜਿੰਨੀ ਹੈ ਓਨੀ ਉਹ ਬਚ ਜੇ। ਉਨੀ ਵੀ ਨਹੀਂ ਬਚਣੀ ਮੇਰੇ ਖਿਆਲ ਉਹਨਾਂ ਚਿਰ, ਜਿੰਨਾ ਚਿਰ ਅਸੀਂ ਇਹ 'ਚ ਸਿਰਖਪਾਈ ਨਹੀਂ ਕਰਾਂਗੇ, ਸੰਵਾਦ ਨਹੀਂ ਰਚਾਵਾਂਗੇ, ਓਵਰਆਲ ਚਰਚਾ ਕਰਕੇ ਆਪਣੀ ਇੱਕ ਜਾਗਰੂਕਤਾ ਦਾ ਪੱਧਰ, ਜਿਹੋ ਜੀ ਜਨਤਾ ਕਹਿੰਦੇ ਡੈਮੋਕ੍ਰੇਸੀ ਇਹ ਵੀ ਕਿਹਾ ਜਾਂਦਾ ਹੈ ਜਥਾ ਪਰਜਾ ਤਥਾ ਰਾਜਾ। ਪਹਿਲਾਂ ਕਿਹਾ ਜਾਂਦਾ ਸੀ ਜਥਾ ਰਾਜਾ ਡੈਮੋਕ੍ਰੇਸੀ ਵੀ ਡਿਜ਼ਰਵ। ਹਾਂ, ਬਿਲਕੁਲ। ਇਸ ਲਈ ਜੇ ਜਮਹੂਰੀਅਤ ਦੇ ਐਂਗਲ ਤੋਂ ਇਹ ਕਰਨਾ ਕਿ ਲੋਕਾਂ ਦਾ ਰਾਜ ਹੋਵੇ, ਲੋਕਾਂ ਦੀ ਪੁੱਗਤ ਬਣੇ, ਲੋਕਾਂ ਦੀ ਸੁਣਵਾਈ ਹੋਵੇ, ਤਾਂ ਤੁਹਾਨੂੰ ਵੀ ਉਹਦੇ ਵਿੱਚ ਉਹ ਹਿੱਸੇਦਾਰੀ ਪਾਉਣੀ ਪੈਣੀ ਹੈ, ਉਹ ਹੁਤੀ ਪਾਉਣੀ ਪੈਣੀ ਹੈ। ਜਿਹੜੇ ਦੂਜੇ ਹਟ ਗਏ ਨੇ ਹੁਣ, ਉਹ ਆਪਣੀ ਜ਼ਿੰਮੇਵਾਰੀ ਨਿਭਾ ਨਹੀਂ ਰਹੇ, ਤਾਂ ਤੁਸੀਂ ਹੋਰ ਤਾਂ ਕੋਈ ਪਲੇਅਰ ਨਹੀਂ ਹੈ, ਤੁਸੀਂ ਪਲੇਅਰ ਬਣੋ, ਉਹਦੇ ਦਰਸ਼ਕ ਨਾ ਬਣੋ। ਅੱਜ ਲਈ ਇੰਨਾ ਹੀ, ਬਹੁਤ ਬਹੁਤ ਮਿਹਰਬਾਨੀ।